ਵਾਹਿਗੁਰੂ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗ ਨੇ ਜੋ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਆਪ ਸਭ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਤਿਹ ਦੀ ਸਾਂਝ ਪਾਈਏ। ਮੇਰੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਆਪਾਂ ਸਤਿਗੁਰਾਂ ਨੂੰ ਫਤਿਹ ਬੁਲਾਉਣੀ ਹੈ, ਪਰ ਮੈਂ ਖਿੰਨ ਮਾਤਰ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਇਸ ਤਰ੍ਹਾਂ ਸਜੀਏ ਜਿਸ ਤਰ੍ਹਾਂ ਭਾਈ ਮਰਦਾਨੇ ਨੇ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਰਬਾਬ ਵਜਾਈ ਹੈ। ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਨੂੰ ਦੇਖਣਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਸਜਣਾ, ਇਸ ਤਰ੍ਹਾਂ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਬੈਠਣਾ ਕਿ ਗੁਰੂ ਨਾਨਕ ਵਿੱਚੋਂ ਰੱਬ ਨੂੰ ਵੇਖਿਆ ਕਰਨਾ। ਸਤਿਗੁਰੂ ਦੀ ਹਜ਼ੂਰੀ ਵਿੱਚ ਸਜੇ ਹਾਂ ਤੇ ਮੇਰੀ ਬੇਨਤੀ ਹੈ ਬੀਬੀਆਂ ਭੈਣਾਂ ਨੂੰ ਕਿ ਥੋੜ੍ਹੀ ਜਿਹੀ ਇਕਾਗਰਤਾ ਬਖਸ਼ੋ, ਕਿਉਂਕਿ ਜਿੰਨੇ ਜ਼ਿਆਦਾ ਟਿਕਾ ਦੇ ਵਿੱਚ ਇਕਾਗਰਤਾ ਵਿੱਚ ਸਜਾਂਗੇ ਓਨੀ ਜ਼ਿਆਦਾ ਗੁਰੂ ਨਾਨਕ ਸਾਹਿਬ ਦੀ ਰਹਿਮਤਾਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਾ ਕੇ ਲਿਜਾਵਾਂਗੇ। ਆਓ ਬੜੇ ਹੀ ਸਤਿਕਾਰ ਨਾਲ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ, ਜਿੱਥੇ ਆਰੰਭ ਦੇ ਵਿੱਚ ਸ਼ਬਦ ਪੜ੍ਹੇ ਗਏ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸ਼ਬਦ ਪੜ੍ਹੇ ਗਏ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਅਖੀਰ ਦੇ ਵਿੱਚ ਭੈਣ ਅਭਿਜੀਤ ਕੌਰ ਨੇ ਸ਼ਬਦ ਪੜ੍ਹਿਆ, ਮਨ ਲੋਚੈ ਹਰ ਮਿਲਣ ਕਉ ਕਿਉ ਦਰਸ਼ਨ ਪਾਈਆ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਦਸੋ ਮਾਰਗ ਸੰਤ ਹੋ ਕਿਉ ਪ੍ਰਭੂ ਮਲਾਈਆਂ। ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ। ਸੰਗਤ ਜੀ, ਇਹ ਸੱਚ ਹੈ, ਸੰਸਾਰ ਦੇ ਵਿੱਚ ਕੋਈ ਸੰਸਾਰ ਦਾ ਭਰਮਣ ਕਰਕੇ ਵੇਖ ਲਵੇ, ਅਨੁਭਵ ਕਰੇਗਾ ਤੇ ਰੂਹ ਵੀ ਪੁਕਾਰ ਕੇ ਕਵੇਗੀ ਕਿ ਦਰ ਬੜੇ ਵੇਖੇ ਨੇ, ਪਰ ਗੁਰੂ ਨਾਨਕ ਦੇ ਦਰ ਵਰਗਾ ਦੂਸਰਾ ਦਰ ਦੁਨੀਆ ਤੇ ਕੋਈ ਵੀ ਨਹੀਂ। ਵੇਖੋ ਪੀਰ ਪੈਗੰਬਰ ਔਲੀਏ ਅਵਤਾਰ ਦੁਨੀਆ ਤੇ ਬਹੁਤ ਆਏ ਨੇ, ਸੰਤ ਮਹਾਤਮਾ ਦੁਨੀਆ ਦੇ ਤਖਤੇ ਤੇ ਬਹੁਤ ਆਏ ਆ, ਪਰੰਤੂ ਜਿਤਨਾ ਭਰਮਣ ਸੰਸਾਰ ਦਾ ਗੁਰੂ ਨਾਨਕ ਸਾਹਿਬ ਨੇ ਦੁਨੀਆ ਤੇ ਕੀਤਾ, ਅੱਜ ਤੱਕ ਦੇ ਇਤਿਹਾਸ ਵਿੱਚ ਇਤਨਾ ਭਰਮਣ ਦੁਨੀਆ ਦਾ ਕੋਈ ਵੀ ਪੀਰ ਪੈਗੰਬਰ ਨਹੀਂ ਕਰ ਸਕਿਆ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਕੇਵਲ ਇੱਕ ਫਿਰਕੇ ਦੇ ਜਾਂ ਇੱਕ ਇਲਾਕੇ ਦੇ ਗੁਰੂ ਨਹੀਂ, ਬਲਕਿ ਉਹ ਤਾਂ ਜ਼ਾਹਰ ਪੀਰ ਜਗਤ ਗੁਰ ਬਾਬਾ ਹੈ। ਪਰੰਤੂ ਇਸ ਜ਼ਾਹਰ ਪੀਰ ਜਗਤ ਗੁਰ ਬਾਬੇ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਬਾ ਕਮਾਲ ਸ਼ਬਦਾਂ ਵਿੱਚ ਬਿਆਨ ਕੀਤੀ। ਆਪਾਂ ਵਾਰ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਵੇਖੋ ਇਹ ਸਾਰਿਆਂ ਦੀ ਰਸਨਾ ਦੇ ਉੱਤੇ ਸ਼ਬਦ ਆਪਣੇ ਆਪ ਆ ਜਾਂਦੇ
ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਹੈ, ਪਰ ਭਾਈ ਗੁਰਦਾਸ ਦੇ ਹਿਰਦੇ ਦੀ ਭਾਵਨਾ ਕੱਲੇ ਕੱਲੇ ਸ਼ਬਦ ਵਿੱਚੋਂ ਡੁਲਕਾਂ ਮਾਰਦੀ ਹੈ। ਸ਼ਬਦ ਪੜ੍ਹੇ ਸਤਿਗੁਰ ਨਾਨਕ ਪ੍ਰਗਟਿਆ। ਮੈਂ ਰਿਪੀਟ ਕਰ ਰਿਹਾ ਕਿ ਵੇਖੋ, ਪ੍ਰਗਟ ਉਹ ਹੁੰਦਾ ਜਿਹੜਾ ਪਹਿਲਾਂ ਵੀ ਮੌਜੂਦ ਹੋਵੇ ਪਰ ਅਚਾਨਕ ਸੰਸਾਰ ਦੇ ਤਖਤੇ ਤੇ ਪ੍ਰਗਟ ਹੋ ਗਿਆ ਹੋਵੇ। ਭਾਈ ਗੁਰਦਾਸ ਜੀ ਨੇ ਕਿਹਾ ਗੁਰੂ ਨਾਨਕ ਪਹਿਲਾਂ ਵੀ ਮੌਜੂਦ ਹੈ। ਇਸੇ ਕਰਕੇ ਭੱਟ ਸਾਹਿਬਾਨਾਂ ਦੇ ਆਪਾਂ ਸ਼ਬਦ ਪੜ੍ਹਦੇ ਹਾਂ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ, ਰਾਮ ਕ੍ਰਿਸ਼ਨ ਅਵਤਾਰ ਕੰਸ ਕਰਤਾਰਥ ਕੀਓ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋ ਸਵਈਏ ਨੇ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਜੋ ਭੱਟ ਸਾਹਿਬਾਨਾਂ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਕੇਵਲ ਕਲਯੁਗ ਵਿੱਚ ਹੀ ਨਹੀਂ ਬਲਕਿ ਸਤਜੁਗ ਦੇ ਵਿੱਚ ਜਿਹੜਾ 52 ਅਵਤਾਰ ਆਇਆ ਉਹ ਵੀ ਤੁਸਾਂ ਦੀ ਜੋਤ ਵਰਤੀ ਸੀ। ਤੇ ਜੇ ਦੁਆਪਰ ਦੇ ਵਿੱਚ ਕ੍ਰਿਸ਼ਨ ਆਏ, ਸਤਿਗੁਰੂ ਗੁਰੂ ਨਾਨਕ ਜੀ ਰੂਪ ਵੱਖਰੇ ਹੋ ਸਕਦੇ ਨੇ ਪਰ ਵਿੱਚ ਵਰਤ ਰਹੀ ਜੋਤ ਗੁਰੂ ਨਾਨਕ ਦੀ ਵਰਤ ਰਹੀ ਹੈ। ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਹੁਣ ਵੇਖੋ ਸ਼ਬਦ ਆਏ, ਧੁੰਦ ਚਾਨਣ ਹੋਆ, ਧੁੰਦ ਮਿਟ ਗਈ ਤੇ ਚਾਨਣ ਹੋ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਧੁੰਦ ਸ਼ਬਦ ਕਿਉਂ ਵਰਤਿਆ, ਹਨੇਰਾ ਕਿਉਂ ਨਹੀਂ ਵਰਤਿਆ? ਜਦੋਂ ਹਨੇਰਾ ਹੁੰਦਾ ਰਾਤ ਦਾ, ਰਾਤ ਦੇ ਹਨੇਰੇ ਵਿੱਚ ਕੋਈ ਸਫ਼ਰ ਕਰਨ ਲਈ ਜਾਵੇ ਤੇ ਰਾਤ ਦੇ ਹਨੇਰੇ ਵਿੱਚ ਹਾਦਸਾ ਹਰ ਇੱਕ ਨਾਲ ਨਹੀਂ ਵਾਪਰਦਾ। ਰਾਤ ਦਾ ਹਨੇਰਾ ਹਰ ਇੱਕ ਵਾਸਤੇ ਖਤਰਨਾਕ ਨਹੀਂ ਹੈ। ਰਾਤ ਦਾ ਹਨੇਰਾ ਦੀਵੇ ਨਾਲ ਦੂਰ ਹੋ ਸਕਦਾ ਹੈ। ਅੱਜ ਜ਼ਮਾਨਾ ਮਾਡਰਨ ਹੈ, ਰਾਤ ਦਾ ਹਨੇਰਾ ਲਾਈਟ ਜਗਾਇਆ ਦੂਰ ਹੋ ਸਕਦਾ ਹੈ। ਪਰ ਜਦੋਂ ਅੱਤ ਦੀ ਧੁੰਦ ਪੈ ਜਾਵੇ ਤੇ ਕਹਿੰਦੇ ਧੁੰਦ ਵਿੱਚ ਗਿਆ ਹੋਇਆ ਬੰਦਾ ਫਿਰ ਸੌਖਾ ਬਚ ਕੇ ਨਹੀਂ ਆਉਂਦਾ। ਤੇ ਦੂਸਰਾ ਜਿਹੜਾ ਤੇ ਰਾਤ ਦਾ ਹਨੇਰਾ ਹੈ, ਰਾਤ ਦਾ ਹਨੇਰਾ ਰੰਗ ਕਰਕੇ ਕਾਲਾ ਹੈ ਤੇ ਕਾਲਾ ਰੰਗ ਇਹ ਦੱਸਦਾ ਵੀ ਜੇ ਕਾਲੇ ਹਨੇਰੇ ਵਿੱਚ ਆਉਣਾ ਪਹਿਲਾਂ ਤਿਆਰੀ ਕਰਕੇ ਆਈ, ਰੋਸ਼ਨੀ ਲੈ ਕੇ ਆਈ, ਨਹੀਂ ਤੇ ਹਨੇਰੇ ਦੀ ਕਾਲਕ ਵਿੱਚ ਗੁੰਮ ਜਾਵੇਂਗਾ। ਪਰ ਕਹਿੰਦੇ ਧੁੰਦ ਤੇ ਭੁਲੇਖਾ ਪਾ ਦਿੰਦੀ ਹੈ। ਜਦੋਂ ਧੁੰਦ ਚੜ੍ਹਦੀ ਹੈ, ਧੁੰਦ ਦਾ ਰੰਗ ਕਾਲਾ ਨਹੀਂ ਹੁੰਦਾ, ਧੁੰਦ ਦਾ ਰੰਗ ਸਫੇਦ ਹੁੰਦਾ, ਦੁੱਧ ਵਰਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਬਾਰੇ ਭਾਈ ਗੁਰਦਾਸ ਨੇ ਕਿਹਾ, ਕਹਿੰਦੇ ਇੱਥੇ ਧਰਮ ਦੇ ਨਾਮ ਤੇ ਪਾਖੰਡ ਕਰਨ ਵਾਲੇ ਲੋਕ ਧੁੰਦ ਦੀ ਤਰ੍ਹਾਂ ਫੈਲ ਚੁੱਕੇ ਸਨ, ਜਿਨ੍ਹਾਂ ਦਾ ਕੰਮ ਤਾਂ ਧਰਮ ਵਾਲਾ ਸੀ ਪਰ ਉਹਨਾਂ ਦੀ ਕਰਨੀ ਧਰਮ ਵਾਲੀ ਨਹੀਂ ਰਹਿ ਚੁੱਕੀ ਸੀ। ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਆਏ ਨੇ ਤੇ ਮਿੱਟੀ ਧੁੰਦ ਜਗ ਚਾਨਣ ਹੋਆ, ਜਿਹੜੀ ਪਖੰਡ ਦੀ, ਪਰਪੰਚ ਦੀ, ਵਹਿਮਾਂ ਭਰਮਾਂ ਦੀ ਧੁੰਦ ਫੈਲੀ ਹੋਈ ਸੀ, ਬਾਬੇ ਨਾਨਕ ਦੇ ਪ੍ਰਕਾਸ਼ ਦੇ ਨਾਲ ਪਖੰਡ ਭਰਮ ਦੂਰ ਹੋ ਗਿਆ। ਮਿੱਟੀ ਧੁੰਦ ਜਗ ਚਾਨਣ ਹੋਆ। ਉਸ ਤੋਂ ਬਾਅਦ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹ ਸ਼ਬਦ ਵੀ ਬੜੇ ਆਪਣੇ ਆਪ ਵਿੱਚ ਡੂੰਘੇ ਅਰਥ ਰੱਖਦੇ ਨੇ। ਜਦੋਂ ਦਿਨ ਚੜ੍ਹਦਾ, ਸੂਰਜ ਹੁੰਦਾ ਉਦੇ, ਰਾਤ ਦੇ ਹਨੇਰੇ ਤੋਂ ਬਾਅਦ ਜਦੋਂ ਸੂਰਜ ਪ੍ਰਕਾਸ਼ਮਾਨ ਹੁੰਦਾ, ਕਹਿੰਦੇ ਨੇ ਰਾਤ ਦੇ ਹਨੇਰੇ ਵਿੱਚ ਤਾਰੇ ਟਿਮਟਿਮਾਉਂਦੇ ਨੇ, ਤਾਰੇ ਨਜ਼ਰ ਆਉਂਦੇ ਨੇ। ਪਰ ਜਦੋਂ ਸੂਰਜ ਆਕਾਸ਼ ਵਿੱਚ ਹੁੰਦਾ, ਤਾਰੇ ਨਹੀਂ ਨਜ਼ਰ ਆਉਂਦੇ। ਭਾਈ ਗੁਰਦਾਸ ਜੀ ਕਹਿੰਦੇ ਤਾਰੇ ਸੂਰਜ ਦੇ ਆਉਣ ਦੇ ਨਾਲ ਖਤਮ ਨਹੀਂ ਹੁੰਦੇ। ਜਦੋਂ ਸੂਰਜ ਆਕਾਸ਼ ਵਿੱਚ ਹੁੰਦਾ, ਤਾਰੇ ਖਤਮ ਨਹੀਂ ਹੁੰਦੇ, ਤਾਰੇ ਕਿਤੇ ਦੂਰ ਭੱਜ ਨਹੀਂ ਜਾਂਦੇ। ਕਹਿੰਦੇ ਤਾਰਿਆਂ ਦਾ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਸਾਹਮਣੇ ਫਿੱਕਾ ਪੈ ਜਾਂਦਾ ਹੈ। ਇਸ ਕਰਕੇ ਕਿਹਾ ਵੀ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਭਾਵ ਹੁਣ ਧੁੰਦ ਇੰਨੀ ਕਿ ਵੱਧ ਚੁੱਕੀ ਸੀ ਕਿ ਤਾਰਿਆਂ ਦੇ ਚਾਨਣ ਦੇ ਨਾਲ ਧੁੰਦ ਦੂਰ ਨਹੀਂ ਸੀ ਹੋ ਸਕਦੀ। ਇਹਦੇ ਅਰਥ ਇਹ ਨੇ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਕਮਾਈ ਵਾਲੇ ਆਏ, ਬੰਦਗੀ ਵਾਲੇ ਆਏ, ਭਗਤੀ ਵਾਲੇ ਆਏ, ਭਗਤ ਨਾਮਦੇਵ ਆਏ, ਭਗਤ ਕਬੀਰ ਆਏ, ਬਾਬਾ ਫਰੀਦ ਜੀ ਆਏ, ਭਗਤ ਧੰਨਾ ਜੀ ਆਏ, ਭਗਤ ਪੀਪਾ ਜੀ ਆਏ। ਕਮਾਈ ਵਾਲੇ ਗੁਰੂ ਨਾਨਕ ਤੋਂ ਪਹਿਲਾਂ ਵੀ ਆਏ, ਪਰ ਉਹਨਾਂ ਦੀ ਰੋਸ਼ਨੀ ਤਾਰਿਆਂ ਦੀ ਤਰ੍ਹਾਂ ਟਿਮਟਿਮਾ ਰਹੀ ਸੀ। ਪਰ ਕਲਯੁਗ ਦੇ ਵਿੱਚ ਪਾਪ ਇੰਨਾ ਕਿ ਵੱਧ ਗਿਆ
ਕਿ ਹੁਣ ਗੁਰੂ ਨਾਨਕ ਨੂੰ ਸੂਰਜ ਦੀ ਤਰ੍ਹਾਂ ਪ੍ਰਗਟ ਹੋਣਾ ਪੈ ਗਿਆ। ਤੇ ਜਦੋਂ ਗੁਰੂ ਨਾਨਕ ਪ੍ਰਗਟ ਹੋਏ, ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਮਿਲਦਾ ਹੈ। ਬਾਬੇ ਨਾਨਕ ਨੇ ਆ ਕੇ ਇਹ ਨਹੀਂ ਕਿਹਾ ਕਿ ਸੱਚ ਮੇਰੇ ਤੋਂ ਸ਼ੁਰੂ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਨੇ ਜੇ ਸੱਚ ਦੀ ਗੱਲ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚ ਮੇਰੇ ਤੋਂ ਨਹੀਂ, ਸੱਚ ਮੇਰੇ ਤੋਂ ਪਹਿਲਾਂ ਵੀ ਮੌਜੂਦ ਸੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਦੂਸਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਵੀ ਨਹੀਂ ਕਿਹਾ ਕਿ ਮੇਰੇ ਤੋਂ ਪਹਿਲਾਂ ਕੋਈ ਕਮਾਈ ਵਾਲਾ ਨਹੀਂ ਹੋਇਆ, ਭਗਤੀ ਵਾਲਾ ਨਹੀਂ ਹੋਇਆ। ਸਤਿਗੁਰੂ ਕਹਿੰਦੇ ਜਦੋਂ ਤੋਂ ਬ੍ਰਹਮੰਡ ਹੋਂਦ ਵਿੱਚ ਆਇਆ, ਪਰਮਾਤਮਾ ਦੀ ਭਗਤੀ ਵਾਲੇ ਜੁਗਾਂ ਜੁਗਾਂ ਤੋਂ ਪ੍ਰਗਟ ਹੁੰਦੇ ਰਹੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਜੁਗਾਂ ਜੁਗਾਂ ਵਿੱਚ ਭਗਤ ਵੀ ਹੋਏ ਤੇ ਭਗਤਾਂ ਦੀ ਲਾਜ ਰੱਖਣ ਵਾਸਤੇ ਪਰਮਾਤਮਾ ਵੀ ਪ੍ਰਗਟ ਹੋਇਆ। ਇਸ ਕਰਕੇ ਕਿਹਾ ਕਿ ਤਾਰੇ ਛਪੇ ਅੰਧੇਰ ਪਲੋਆ, ਸੂਰਜ ਦੇ ਪ੍ਰਕਾਸ਼ ਨੇ ਤਾਰਿਆਂ ਦੇ ਪ੍ਰਕਾਸ਼ ਨੂੰ ਆਪਣੇ ਵਿੱਚ ਰਲਾ ਲਿਆ। ਤੀਸਰਾ ਸ਼ਬਦ ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਹੁਣ ਇਹ ਸ਼ਬਦ ਕੈਸੇ ਬਾ ਕਮਾਲ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆ ਕਰਕੇ ਹਥਿਆਰ ਨਹੀਂ ਚਲਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕਰਕੇ ਕਿਸੇ ਨਾਲ ਝਗੜਾ ਵੀ ਨਹੀਂ ਕੀਤਾ। ਦੇਖੋ ਜੇ ਜਨੇਊ ਪਾਉਣ ਦੀ ਗੱਲ ਆਈ ਹੈ, ਸਤਿਗੁਰੂ ਨੇ ਝਗੜਾ ਤੇ ਨਹੀਂ ਨਾ ਕੀਤਾ। ਸਤਿਗੁਰੂ ਨੇ ਤੇ ਇਹ ਕਿਹਾ ਪੰਡਿਤ ਜੀ ਮੈਂ ਜਨੇਊ ਪਾਵਾਂਗਾ, ਪਰ ਮੈਂ ਜਨੇਊ ਪਾਵਾਂਗਾ ਦਿਆਲਤਾ ਦਾ, ਜਨੇਊ ਪਾਵਾਂਗਾ ਪਿਆਰ ਦਾ, ਪ੍ਰੇਮ ਦਾ। ਜੇ ਉਹ ਜਨੇਊ ਤੇਰੇ ਕੋਲ ਹੈਗਾ ਤੇ ਪੰਡਿਤ ਜੀ ਮੇਰੇ ਨੂੰ ਪਾਉਣਾ ਕਰ ਦੇ। ਤੇ ਜੇ ਸਤਿਗੁਰੂ ਹਰਿਦੁਆਰ ਗਏ, ਉਹ ਸੂਰਜ ਨੂੰ ਪਾਣੀ ਦਿੰਦੇ ਨੇ, ਸਤਿਗੁਰੂ ਝਗੜਾ ਨਹੀਂ ਕਰਦੇ, ਸਤਿਗੁਰੂ ਪੰਜਾਬ ਨੂੰ ਪਾਣੀ ਦਿੰਦੇ ਨੇ। ਪੁੱਛਿਆ ਜੀ ਪੰਜਾਬ ਨੂੰ, ਇਸ ਦਿਸ਼ਾ ਨੂੰ ਪਾਣੀ ਕਿਉਂ? ਕਹਿੰਦੇ ਪੰਜਾਬ ਵਿੱਚ ਮੀਂਹ ਨਹੀਂ ਪਿਆ, ਮੈਂ ਪਾਣੀ ਤਾਂ ਦੇ ਰਿਹਾ ਖੇਤਾਂ ਤੱਕ ਪਾਣੀ ਲੱਗ ਜਾਵੇ। ਪੁੱਛਦੇ ਨੇ ਜੀ ਉੱਥੋਂ ਤੱਕ ਪਾਣੀ ਕਿਵੇਂ ਪਹੁੰਚੇਗਾ? ਆਪਾਂ ਸਾਰੇ ਜਾਣਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ, ਸੂਰਜ ਮੀਲਾਂ ਦੂਰ ਹੈ, ਪੰਜਾਬ ਤਾਂ ਫਿਰ ਨਜ਼ਦੀਕ ਹੈ। ਪਰ ਗੁਰੂ ਨਾਨਕ ਨੇ ਝਗੜਾ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਝਗੜਾ ਇਸ ਕਰਕੇ ਨਹੀਂ ਹੋਇਆ, ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਕਹਿੰਦੇ ਜੰਗਲ ਵਿੱਚ ਜਦੋਂ ਬੱਬਰ ਸ਼ੇਰ ਦਹਾੜ ਮਾਰਦਾ ਤੇ ਕਹਿੰਦੇ ਜਿਹੜੇ ਮਿਰਗ ਹੁੰਦੇ ਨੇ, ਹਿਰਨ ਹੁੰਦੇ ਨੇ, ਉਹ ਜੰਗਲ ਛੱਡ ਕੇ ਆਪਣੇ ਆਪ ਹੀ ਭੱਜਣਾ ਸ਼ੁਰੂ ਕਰ ਦਿੰਦੇ ਆ। ਤੇ ਦਹਾੜ ਗੁਰੂ ਨਾਨਕ ਨੇ ਵੀ ਮਾਰੀ ਹੈ। ਹੁਣ ਆਪਾਂ ਸੋਚਾਂਗੇ ਕਿ ਗੁਰੂ ਨਾਨਕ ਨੇ ਦਹਾੜ ਕਿਵੇਂ ਮਾਰੀ। ਬੱਬਰ ਸ਼ੇਰ ਦਹਾੜ ਮਾਰਦਾ, ਬੱਬਰ ਸ਼ੇਰ ਗਰਜਦਾ, ਸਭ ਨੂੰ ਪਤਾ ਹੈ। ਗੁਰੂ ਨਾਨਕ ਨੇ ਕਿਹੜੀ ਦਹਾੜ ਮਾਰੀ? ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਧੰਨ ਗੁਰੂ ਨਾਨਕ ਸਾਹਿਬ ਨੇ ਦੁਨੀਆ ਵਿੱਚ ਪ੍ਰਗਟ ਹੋ ਕਰਕੇ ਸਤਨਾਮ ਵਾਹਿਗੁਰੂ ਦੀ ਦਹਾੜ ਮਾਰੀ। ਤੇ ਸਤਨਾਮ ਵਾਹਿਗੁਰੂ ਦੀ ਦਹਾੜ ਦੇ ਨਾਲ ਪਾਪੀ ਪਖੰਡੀ ਲੋਭੀ ਆਪਣੇ ਆਪ ਹੀ ਭਜਣਾ ਸ਼ੁਰੂ ਹੋ ਗਏ। ਖਾਲਸਾ ਜੀ ਸੱਚ ਹੈ, ਜਿੱਥੇ ਸ਼ਬਦ ਦੀ ਦਹਾੜ ਪੈਂਦੀ ਹੈ ਨਾ, ਉੱਥੇ ਵੱਡੇ ਵੱਡੇ ਵਿਦਵਾਨ ਝੁਕ ਜਾਂਦੇ ਨੇ। ਜਿੱਥੇ ਸ਼ਬਦ ਦੀ ਦਹਾੜ ਪੈਂਦੀ ਹੈ, ਉੱਥੇ ਵੱਡੇ ਵੱਡੇ ਲੋਭੀ ਝੁਕ ਜਾਂਦੇ ਨੇ। ਜਿੱਥੇ ਸ਼ਬਦ ਦੀ ਦਹਾੜ ਪੈਂਦੀ ਹੈ, ਉੱਥੇ ਹੰਕਾਰੀ ਝੁਕ ਜਾਂਦੇ ਨੇ। ਜਿੱਥੇ ਸਤਨਾਮ ਵਾਹਿਗੁਰੂ ਸ਼ਬਦ ਦੀ ਦਹਾੜ ਪੈ ਜਾਵੇ, ਉੱਥੇ ਫਿਰ ਤਪਦੇ ਹੋਏ ਹਿਰਦੇ ਵੀ ਠੰਡੇ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ, ਮਹਾਪੁਰਸ਼ ਸਜੇ ਨੇ, ਰੋਜ਼ਾਨਾ ਅੰਮ੍ਰਿਤ ਵੇਲੇ, ਸੰਧਿਆ ਵੇਲੇ ਮਹਾਪੁਰਖ ਆਪ ਸੰਗਤ ਨੂੰ ਨਹੀਂ ਕਹਿੰਦੇ ਇਕਾਗਰਤਾ ਬਖਸ਼ੋ। ਮਹਾਪੁਰਖ ਆਪ ਜੀ ਨੂੰ ਸੱਦਾ ਵੀ ਨਹੀਂ ਦਿੰਦੇ। ਕੇਵਲ ਤੇ ਕੇਵਲ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਕਰਕੇ ਸਤਨਾਮ ਵਾਹਿਗੁਰੂ ਦੀ ਦਹਾੜ ਲਾਉਂਦੇ ਨੇ। ਤੇ ਉਸ ਸਤਨਾਮ ਵਾਹਿਗੁਰੂ ਦੀ ਦਹਾੜ ਦੇ ਸਾਹਮਣੇ ਵੱਡੇ ਵੱਡੇ ਮਹਾਤਮਾ ਤੇ ਵੱਡੇ ਵੱਡੇ ਧੁਰੰਦਰ ਪੁਰਸ਼ ਵੀ ਝੁਕ ਜਾਂਦੇ ਨੇ। ਇਹ ਦਹਾੜ ਗੁਰੂ ਨਾਨਕ ਨੇ ਸਿੱਖਾਂ ਨੂੰ ਬਖਸ਼ੀ ਹੈ ਸ਼ਬਦ ਦੀ। ਭਾਈ ਗੁਰਦਾਸ ਜੀ ਕਹਿੰਦੇ ਇਹ ਦਹਾੜ ਮਾਰੀ ਸਿੰਘ ਬੁਕੈ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਕਹਿੰਦੇ ਐਸੀ ਦਹਾੜ ਸਤਨਾਮ ਵਾਹਿਗੁਰੂ ਦੀ ਮਾਰੀ, ਉਹ ਦਹਾੜ ਦੌਲਤਾਂ ਦਾਈ ਨੇ ਸੁਣੀ, ਉਹਨੂੰ ਪਰਮਾਰਥ ਦਾ ਗਿਆਨ ਹੋ ਗਿਆ। ਉਹੀ ਦਹਾੜ ਰਾਜੇ ਸ਼ਿਵਨਾਭ ਨੇ ਸੁਣੀ, ਉਹਨੂੰ ਅੰਦਰ ਦੀ ਸੋਝੀ ਹੋ ਗਈ।
ਇਹੀ ਦਹਾੜ ਭਗੀਰਥ ਨੇ ਸੁਣੀ, ਇਹੀ ਦਹਾੜ ਭਾਈ ਲਾਲੋ ਨੇ ਸੁਣੀ ਹੈ। ਮੈਂ ਬੇਨਤੀ ਕੀਤੀ, ਦੌਲਤਾਂ ਦਾਈ ਨੇ ਦਹਾੜ ਸੁਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਰਾਏ ਭੋਏ ਦੀ ਤਲਵੰਡੀ, ਉਸ ਧਰਤੀ ਤੇ ਮਹਾਰਾਜ ਦਾ ਆਗਾਜ਼ ਹੋਇਆ। ਪਰ ਕੁਝ ਕੇ ਆਪਾਂ ਆਪਣੀ ਸੁਰਤੀ ਦੁਆਰਾ ਦਰਸ਼ਨ ਕਰੀਏ ਗੁਰੂ ਨਾਨਕ ਸਾਹਿਬ ਦੇ ਘਰ ਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਾਤਾ ਦੇ ਉਦਰ ਵਿੱਚ ਜਦੋਂ ਤੋਂ ਨਿਵਾਸ ਹੋ ਗਿਆ ਨਾ, ਤੇ ਕਵੀ ਰਾਜ ਕਵੀ ਸੰਤੋਖ ਸਿੰਘ ਕਹਿੰਦੇ ਮਾਤਾ ਤ੍ਰਿਪਤਾ ਨੇ ਜਿਹੜੇ ਹੱਥਾਂ ਦੇ ਵਿੱਚ ਸੋਨੇ ਦੇ ਕੰਗਣ ਪਾਏ ਹੋਣੇ ਜਾਂ ਸੋਨੇ ਦੇ ਗਹਿਣੇ ਪਾਏ ਹੋਣੇ, ਕਹਿੰਦੇ ਮਾਤਾ ਤ੍ਰਿਪਤਾ ਨੇ ਕਿਸੇ ਲੋੜਵੰਦ ਨੂੰ ਵੇਖਣਾ ਹੱਥਾਂ ਦੇ ਵਿੱਚੋਂ ਸੋਨਾ ਲਾ ਲਾ ਕੇ ਲੁਟਾਈ ਜਾਣਾ। ਤੇ ਮਹਿਤਾ ਕਾਲੂ ਜੀ ਨੇ ਪੁੱਛਿਆ ਕਿ ਬੀਬੀਆਂ ਨੂੰ ਤੀਵੀਆਂ ਨੂੰ ਤੇ ਸੋਨਾ ਪਿਆਰਾ ਬਹੁਤ ਹੈ, ਗਹਿਣੇ ਪਿਆਰੇ ਬਹੁਤ ਨੇ, ਤੇ ਤੁਸੀਂ ਸਾਰੇ ਦੇ ਸਾਰੇ ਗਹਿਣੇ ਲੁਟਾਈ ਜਾ ਰਹੇ ਹੋ ਗਰੀਬਾਂ ਵਿੱਚ। ਤੇ ਮਾਤਾ ਤ੍ਰਿਪਤਾ ਕਹਿੰਦੀ ਹੈ ਕਿ ਪਤਾ ਨਹੀਂ, ਜਦੋਂ ਤੋਂ ਗਰਭ ਧਾਰਨ ਕੀਤਾ ਕਿਸੇ ਚੀਜ਼ ਦੀ ਵੀ ਪਕੜ ਹੀ ਨਹੀਂ ਰਹਿ ਗਈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਹਿਮਤ ਵਰਤਣੀ ਸ਼ੁਰੂ ਹੋ ਗਈ। ਤੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਸ਼ਬਦ ਲਿਖੇ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਜਿਸ ਕਮਰੇ ਵਿੱਚ ਜਾਂਦੇ ਨੇ ਨਾ, ਕਾਲੂ ਤੀ ਬੈਸੇ ਜਿਸ ਅੰਦਰ ਅਤ ਸ਼ੋਭਾ ਬਣੇ ਸੋ ਸੁੰਦਰ। ਕਹਿੰਦੇ ਮਾਤਾ ਤ੍ਰਿਪਤਾ ਜੀ ਜਿਸ ਕਮਰੇ ਵਿੱਚ ਬਹਿੰਦੇ ਨੇ ਉਸ ਕਮਰੇ ਨੂੰ 4 ਚੰਨ ਲੱਗ ਜਾਂਦੇ ਨੇ, ਉਸ ਕਮਰੇ ਦੀ ਸ਼ੋਭਾ ਬਿਆਨ ਨਹੀਂ ਕਰ ਸਕਦੇ। ਕਾਲੂ ਤੀ ਬੈਸੇ ਜਿਸ ਅੰਦਰ ਅਤ ਸ਼ੋਭਾ ਬਣੇ ਸੋ ਸੁੰਦਰ, ਉਹ ਕਮਰਾ ਵੀ ਸ਼ੋਭਦਾਇਕ ਹੋ ਜਾਂਦਾ ਹੈ। ਤੇ ਕਵੀ ਰਾਜ ਕਵੀ ਸੰਤੋਖ ਸਿੰਘ ਨੂੰ ਪੁੱਛਿਆ ਵੀ ਕਿਉਂ? ਤੇ ਕਵੀ ਸੰਤੋਖ ਸਿੰਘ ਕਹਿੰਦੇ ਸੁਨ ਸੰਦੇਹ ਕਰੇ ਜੇ ਕਉ, ਕੋਟ ਬ੍ਰਹਮੰਡ ਸੋਭ ਤੇ ਸਉ। ਸਤਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਕਵੀ ਸਾਹਿਬ ਕਹਿੰਦੇ ਸਿੱਖੋ, ਜੇ ਸੁਣ ਕੇ ਕੋਈ ਸ਼ੰਕਾ ਕਰੇ ਚੇਤੇ ਰੱਖਿਓ, ਇਹ ਕੋਈ ਆਮ ਬਾਲਕ ਨਹੀਂ ਜਿਨੇ ਗਰਭ ਧਾਰਨ ਕੀਤਾ, ਜਿਨੇ ਗਰਭ ਵਿੱਚ ਨਿਵਾਸ ਕੀਤਾ ਹੈ। ਇਹ ਕੋਟ ਬ੍ਰਹਮੰਡਾਂ ਦਾ ਮਾਲਕ ਹੈ ਜਿਹੜਾ ਮਾਤਾ ਤ੍ਰਿਪਤਾ ਦੇ ਗਰਭ ਵਿੱਚ ਸ਼ੋਭ ਰਿਹਾ। ਕੋਟ ਬ੍ਰਹਮੰਡ ਸ਼ੋਭ ਤੇ ਸਉ। ਤੇ ਜਿੱਥੇ ਮਾਤਾ ਤ੍ਰਿਪਤਾ ਜੀ ਜਾਂਦੇ ਆ ਉਸ ਕਮਰੇ ਦੀ, ਉਸ ਘਰ ਦੀ ਵਡਿਆਈ ਨਹੀਂ ਵੇਖੀ ਜਾ ਸਕਦੀ। ਕੋਟ ਬ੍ਰਹਮੰਡ ਸ਼ੋਭ ਤੇ ਸਉ। ਕਵੀ ਰਾਜ ਕਵੀ ਸੰਤੋਖ ਸਿੰਘ ਕਹਿੰਦੇ ਹੁਣ ਉਹ ਭਾਗਾਂ ਵਾਲਾ ਦਿਨ ਆ ਗਿਆ। ਕਾਰਤਕ ਸੁਦੀ ਪੂਰਨਮਾਸ਼ੀ ਦਾ ਭਾਗਾਂ ਵਾਲਾ ਦਿਨ ਆਇਆ। ਉਹ ਚੜਿਆ ਐਸਾ ਚੰਦਰਮਾ ਜਿਹਨੇ ਚੌਕੁੰਟਾਂ ਤਾਈਂ ਰੁਸ਼ਨਾਇਆ। ਕਹਿੰਦੇ ਉਹ ਦਿਨ ਆਇਆ ਕੱਤਕ ਦੀ ਪੁੰਨਿਆ ਦਾ। ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ, ਪ੍ਰਗਟ ਹੋਏ ਨੇ ਮਹਾਰਾਜ। ਤੇ ਕਹਿੰਦੇ ਜਦੋਂ ਦੌਲਤਾਂ ਦਾਈ ਨੇ ਹੱਥਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪਕੜਿਆ ਤੇ ਉਹਨੇ ਇੱਕ ਅਨੁਭਵ ਕੀਤਾ ਕਿ ਆਮ ਕਰਕੇ ਬੱਚੇ ਜਨਮ ਵੇਲੇ ਰੋਂਦੇ ਨੇ, ਪਰ ਜਨਮ ਸਾਖੀ ਦੇ ਵੀ ਬੋਲ ਨੇ ਅਵਰ ਬਾਲਕਾਂ ਕਾ ਸੁਭਾਓ ਰੋਵਨੇ ਕਾ ਉਆਂ ਉਆਂ, ਪਰ ਗੁਰੂ ਬਾਬੇ ਕਾ ਸੁਭਾਓ ਇਹੀ ਕਰੈ ਤੇਰੋ ਨਾਉ ਤੇਰੋ ਨਾਉ। ਕਹਿੰਦੇ ਆਮ ਕਰਕੇ ਬੱਚੇ ਜਨਮ ਵੇਲੇ ਰੋਂਦੇ ਨੇ, ਸਤਿਗੁਰੂ ਰੋਏ ਨਹੀਂ। ਚਿਹਰੇ ਦੇ ਉੱਤੇ ਇੱਕ ਦਾਨੇ ਬਜ਼ੁਰਗਾਂ ਵਾਲੀ ਮੁਸਕਰਾਹਟ ਹੈ, ਜਿਵੇਂ ਕਿ ਦੌਲਤਾਂ ਦਾਈ ਨੂੰ ਕਹਿ ਰਹੇ ਹੋਣ ਕਿ ਦੌਲਤਾਂ ਮੈਂ ਤਾਂ ਦੁਨੀਆ ਤੇ ਰੋਂਦਿਆਂ ਨੂੰ ਹਸਾਉਣ ਵਾਸਤੇ ਆਇਆ ਹਾਂ। ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਮੈਂ ਪ੍ਰਭਾਤ ਫੇਰੀਆਂ 'ਚ ਵੀ ਬੇਨਤੀ ਕੀਤੀ ਕਿ ਦੌਲਤਾਂ ਦਾਈ ਨੇ ਜਦੋਂ ਦੀਦਾਰੇ ਕੀਤੇ ਉਹਦਾ ਮਨ ਭਰ ਆਇਆ, ਵਿਰਾਗ ਦੇ ਵਿੱਚ ਭਿੱਜੀ ਗਈ। ਮਹਿਤੇ ਕਾਲੂ ਜੀ ਨੇ ਜਦੋਂ ਦੌਲਤ ਸਾਹਮਣੇ ਰੱਖੀ ਤੇ ਦੌਲਤਾਂ ਦਾਈ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਵੇ ਮਹਿਤਿਆ, ਤੇਰੇ ਘਰ ਜਿਹੜਾ ਪੁੱਤਰ ਜਨਮਿਆ ਉਹਦੇ ਦਰਸ਼ਨ ਕਰਕੇ ਹੁਣ ਝੋਲੀ ਅੱਡਣ ਦੀ ਭੁੱਖ ਹੀ ਮਿਟ ਗਈ ਹੈ, ਝੋਲੀ ਨਹੀਂ ਅੱਡੀ ਜਾਂਦੀ। ਕਹਿੰਦੇ ਅਗਲੇ ਦਿਨ ਪ੍ਰੋਹਤ ਜੀ ਆਏ ਨੇ, ਪੰਡਤ ਜੀ ਆਏ ਨੇ। ਜਿਸ ਵਕਤ ਪੰਡਤ ਜੀ ਆਏ, ਮਹਿਤਾ ਕਾਲੂ ਨੂੰ ਕਹਿੰਦੇ ਨੇ ਕਿ ਮੈਨੂੰ ਆਪਣੇ ਬਾਲਕ ਦੇ ਦਰਸ਼ਨ ਕਰਾਓ। ਹੁਣ ਜਦੋਂ ਬਾਲ ਦੇ ਦੀਦਾਰੇ ਕੀਤੇ, ਬਾਲ ਰੂਪ ਵਿੱਚ ਸਤਿਗੁਰੂ ਨੇ, ਕਹਿੰਦੇ ਸਤਿਗੁਰੂ ਦੇ ਮਸਤਕ ਦੇ ਉੱਤੇ ਇੱਕ ਤੇਜ ਹੈ, ਇੱਕ ਚਮਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹਾਸਿਆਂ ਦੀਆਂ ਕਲਕਾਰੀਆਂ ਵਿੱਚੋਂ ਨਾਮ ਦੀ ਠੰਡ ਵਰਤਦੀ ਹੈ। ਸਤਿਗੁਰੂ ਦੇ ਹੱਥ ਵੇਖੇ, ਸਤਿਗੁਰੂ ਦੇ ਚਰਨ ਵੇਖੇ,
ਪ੍ਰੋਹਤ ਹਰਦਿਆਲ ਕਹਿੰਦਾ ਮੈਨੂੰ ਦੌਲਤਾਂ ਦਾਈ ਨਾਲ ਮਿਲਾਇਆ ਜਾਵੇ। ਜਦੋਂ ਦੌਲਤਾਂ ਦਾਈ ਨੂੰ ਬੁਲਾਇਆ, ਕਹਿੰਦੇ ਦੌਲਤਾਂ ਦਾਈ ਪ੍ਰੋਹਤ ਦੇ ਸਾਹਮਣੇ ਆਈ। ਪੰਡਤ ਨੇ ਪੁੱਛਿਆ ਮੈਨੂੰ 10 ਲੱਛਣ ਕੀ ਸਨ ਜਦੋਂ ਇਸ ਬਾਲਕ ਦਾ ਜਨਮ ਹੋਇਆ? ਤੇ ਦੌਲਤਾਂ ਦਾਈ ਨੇ ਕੇਵਲ ਇੱਕੋ ਬਚਨ ਕਿਹਾ। ਦੌਲਤਾਂ ਦਾਈ ਕਹਿਣ ਲੱਗੀ ਪ੍ਰੋਹਤ ਜੀ, ਬਹੁ ਸਿਸਕਰ ਜਨਮੇ ਮਾਹੀ, ਯਹ ਅਚਰਜ ਕਬ ਦੇਖਿਓ ਨਾਹੀ। ਪ੍ਰੋਹਤ ਜੀ, ਇਨ੍ਹਾਂ ਹੱਥਾਂ ਤੋਂ ਬੜੇ ਬੱਚਿਆਂ ਨੂੰ ਜਨਮ ਦਿੱਤਾ ਹੈ, ਪਰ ਸੱਚੀ ਗੱਲ ਇਹ ਹੈ ਕਿ ਜਿਹੜਾ ਬਾਲਕ ਅੱਜ ਮਹਿਤੇ ਕਾਲੂ ਦੇ ਘਰ ਵਿੱਚ ਆਇਆ, ਇਹੋ ਜਿਹਾ ਅਚਰਜ ਮੈਂ ਕਦੇ ਦੁਨੀਆ ਤੇ ਵੇਖਿਆ ਹੀ ਨਹੀਂ। ਮੇਰਾ ਵੀ 40-45 ਸਾਲ ਦਾ ਅਨੁਭਵ ਹੈ, ਪਰ ਮੈਂ ਇਸ ਤਰ੍ਹਾਂ ਦਾ ਕੌਤਕ ਨਹੀਂ ਵੇਖਿਆ। ਪੁੱਛਿਆ ਕੀ ਕੌਤਕ ਹੋਇਆ? ਕਹਿੰਦੀ ਜਿਸ ਵਕਤ ਇਹ ਬਾਲਕ ਜਨਮਿਆ, ਕਮਰੇ ਵਿੱਚ ਅਚਾਨਕ ਪ੍ਰਕਾਸ਼ ਫੈਲ ਗਿਆ, ਤੇ ਇੰਨਾ ਕੇ ਪ੍ਰਕਾਸ਼ ਸੀ ਵੀ ਮੇਰੀਆਂ ਵੀ ਅੱਖਾਂ ਮੀਟੀਆਂ ਗਈਆਂ। ਪ੍ਰੋਹਤ ਹਰਦਿਆਲ ਉਹ ਗੁਰੂ ਨਾਨਕ ਸਾਹਿਬ ਦੇ ਵਡਿਆਈ ਬਾਰੇ ਉਹਨੂੰ ਅੰਦਰ ਸੋਝੀ ਹੋ ਗਈ। ਮਹਿਤਾ ਕਾਲੂ ਜੀ ਆਏ, ਪੁੱਛਦੇ ਨੇ ਪ੍ਰੋਹਤ ਜੀ ਕੀ ਟੇਵਾ ਲਾਇਆ? ਤੇ ਪ੍ਰੋਹਤ ਹਰਦਿਆਲ ਕਹਿਣ ਲੱਗਾ ਵੇ ਕਾਲੂ, ਮੈਂ ਟੇਵਾ ਕੀ ਲਾਉਣਾ, ਤੇਰੇ ਬਾਲਕ ਦੇ ਦੀਦਾਰੇ ਕਰਕੇ ਸਾਰੇ ਟੇਵੇ ਹੀ ਵਿਅਰਥ ਚਲੇ ਗਏ। ਪੁੱਛਿਆ ਗੱਲਾਂ ਕੀ ਕਰਦੇ ਹੋ? ਤੇ ਪ੍ਰੋਹਤ ਜੀ ਕਹਿਣ ਲੱਗੇ ਇਹ ਬਾਲਕ ਜੋਗਨ ਮੇ ਜੋਗੀ, ਇਹ ਬਾਲਕ ਤੋਂ ਪ੍ਰੇਮ ਵਿਯੋਗੀ, ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸਭ ਗੁਣਾ ਕੀ ਰਾਸ। ਪ੍ਰੋਹਤ ਹਰਦਿਆਲ, ਇਹ ਬਾਲਕ ਆਮ ਬਾਲਕ ਨਹੀਂ, ਜੋਗੀ ਲੰਮਾ ਸਮਾਂ ਜਾ ਕੇ ਤਪ ਕਰਦੇ ਨੇ, ਜੋਗੀ ਕਹਿਲਾਉਂਦੇ ਨੇ। ਚੇਤੇ ਰੱਖੀ ਪ੍ਰੋਹਤ ਹਰਦਿਆਲ, ਚੇਤੇ ਰੱਖੀ ਮਹਿਤਾ ਕਾਲੂ, ਜਿਹੜਾ ਪੁੱਤਰ ਤੇਰੇ ਘਰ ਜਨਮਿਆ, ਇਹਦੇ ਸਾਹਮਣੇ ਵੱਡੇ ਵੱਡੇ ਜੋਗੀ ਵੀ ਆਪਣੇ ਘੁਟਨੇ ਟੇਕ ਜਾਇਆ ਕਰਨਗੇ। ਪੁੱਛਿਆ ਕਿਵੇਂ? ਕਹਿੰਦਾ ਇਹ ਬਾਲਕ ਤੋਂ ਪ੍ਰੇਮ ਵਿਯੋਗੀ। ਮਹਿਤਾ ਕਾਲੂ, ਇਹ ਬਾਲਕ ਸੰਸਾਰ ਦੇ ਉੱਤੇ ਪ੍ਰੇਮ ਦੀ ਚਾਦਰ ਵਿਛਾ ਦੇਵੇਗਾ, ਇਹ ਬਾਲਕ ਦਿਆਲਤਾ ਦਾ ਗੁਣ ਸਿਖਾ ਦੇਵੇਗਾ। ਪ੍ਰੋਹਤ ਹਰਦਿਆਲ ਨੂੰ ਪੁੱਛਿਆ ਇਹ ਬਾਲਕ ਕਰੇਗਾ ਕੀ? ਤੇ ਪ੍ਰੋਹਤ ਹਰਦਿਆਲ ਕਹਿਣ ਲੱਗਾ ਵੇ ਮਹਿਤਿਆ, ਇਹ ਬਾਲਕ ਕੀ ਕਰੇਗਾ? ਕਹਿੰਦਾ ਦੁਨੀਆ ਤੇ ਜੋ ਕੁਝ ਹੋ ਰਿਹਾ ਇਹ ਬਾਲਕ ਹੀ ਕਰ ਰਿਹਾ, ਬੰਦਾ ਆਪਣੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਰਿਹਾ। ਸਾਰੀ ਦੁਨੀਆ ਤੇ ਜੋ ਕੁਝ ਹੋ ਰਿਹਾ ਹੈ ਇਹ ਬਾਲਕ ਹੀ ਤੇ ਕਰ ਰਿਹਾ ਹੈ। ਬਸ ਹੁਣ ਉਸ ਪ੍ਰਮਾਤਮਾ ਦੀ ਅਗੰਮੀ ਖੇਡ ਹੈ, ਤੇਰੇ ਘਰ ਜਨਮ ਚੁੱਕਿਆ। ਪੁੱਛਿਆ ਤੂੰ ਗੱਲਾਂ ਕੀ ਕਰਦਾ? ਤੇ ਪ੍ਰੋਹਤ ਹਰਦਿਆਲ ਕਹਿੰਦਾ ਛਤਰਪਤੀ ਹੋਏ ਇਸਕੇ ਦਾਸ। ਵੇ ਮਹਿਤਿਆ ਚੇਤੇ ਰੱਖੀ ਵੱਡੇ ਵੱਡੇ ਰਾਜੇ ਮਹਾਰਾਜੇ ਤੇਰੇ ਬਾਲਕ ਦੇ ਦਾਸ ਬਣ ਜਾਣਗੇ। ਜਿੱਥੋਂ ਦੀ ਤੇਰਾ ਬਾਲਕ ਲੰਘੇਗਾ ਉਸ ਧਰਤੀ ਨੂੰ ਸਦੀਆਂ ਤਾਈਂ ਪੂਜਿਆ ਜਾਵੇਗਾ। ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ। ਛਤਰਪਤੀ ਹੋਏ ਇਸਕੇ ਦਾਸ, ਇਹ ਬਾਲਕ ਸਭ ਗੁਣਾ ਕੀ ਰਾਸ। ਮਹਿਤਿਆ ਜਿਨ੍ਹਾਂ ਕੋਲ ਇੱਕ ਵੀ ਗੁਣ ਨਹੀਂ ਹੋਏਗਾ, ਜਿਹੜਾ ਇਸ ਬਾਲਕ ਦੇ ਦੀਦਾਰੇ ਕਰ ਲਵੇਗਾ ਉਹ ਗੁਣਾ ਦਾ ਖਜ਼ਾਨਾ ਉਹਦੀ ਝੋਲੀ ਵਿੱਚ ਪੈ ਜਾਵੇਗਾ। ਇਹ ਬਚਨ ਕੀਤੇ। ਹੁਣ ਪੰਡਤ ਜੀ ਨੇ ਕਹਿੰਦੇ ਟੇਵਾ ਲਾਇਆ ਤੇ ਨਾਮਕਰਨ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ। ਤੇ ਟੇਵਾ ਲਾ ਕਰਕੇ ਪ੍ਰੋਹਤ ਹਰਦਿਆਲ ਨੇ ਨਾਮ ਰੱਖ ਦਿੱਤਾ ਨਾਨਕ। ਤੇ ਮਹਿਤਾ ਕਾਲੂ ਜੀ ਬੜੇ ਹੈਰਾਨ ਹੋਏ, ਕਹਿੰਦੇ ਅਸੀਂ ਬੇਦੀ ਕੁਲ ਵਿੱਚ ਆ, ਇਹ ਤਾਂ ਬੇਦੀਆਂ ਵਾਲਾ ਨਾਮ ਹੀ ਨਾ ਹੋਇਆ, ਸਨਾਤਨ ਮਤ ਵਾਲਾ ਨਾਮ ਹੀ ਨਾ ਹੋਇਆ, ਇਹ ਕਿੱਦਾਂ ਦਾ ਨਾਮ ਰੱਖ ਦਿੱਤਾ ਪੰਡਤ ਜੀ? ਤੇ ਕਹਿੰਦੇ ਪੰਡਤ ਜੀ ਕਹਿਣ ਲੱਗੇ ਮਹਿਤਿਆ ਚੇਤੇ ਰੱਖੀ, ਮੈਂ ਤੇ ਕੇਵਲ ਕਠਪੁਤਲੀ ਆ, ਇਹ ਨਾਮ ਮੈਂ ਨਹੀਂ ਰੱਖਿਆ, ਇਹ ਜਿਹੜਾ ਤੇਰੇ ਘਰ ਜਨਮਿਆ ਉਹਨੇ ਆਪਣੇ ਆਪ ਪਹਿਲਾਂ ਹੀ ਦ੍ਰਿੜ ਕੀਤਾ ਕਿ ਨਾਮ ਕੀ ਸਦਬਾਉਣਾ ਹੈ। ਇਹ ਨਾਮ ਮੈਂ ਨਹੀਂ ਰੱਖਿਆ, ਜਿਹੜਾ ਤੇਰੇ ਘਰ ਆਇਆ ਉਹਨੇ ਪਹਿਲਾਂ ਨਿਸ਼ਚਿਤ ਕੀਤਾ ਵੀ ਲੋਕ ਮੈਨੂੰ ਕੀ ਕਹਿ ਕੇ ਪੁਕਾਰਨਗੇ, ਤੇ ਨਾਨਕ ਨਾਮ ਰੱਖਿਆ। ਨਾਨਕ ਦੇ ਅਰਥ ਪੁੱਛੇ ਵੀ ਨਾਨਕ ਦੇ ਅਰਥ ਕੀ ਨੇ? ਆਪਾਂ ਵੀ ਰੋਜ਼ਾਨਾ ਸ਼ਬਦ ਵਰਤਦੇ ਆ, ਧੰਨ ਗੁਰੂ ਨਾਨਕ, ਧੰਨ ਬਾਬਾ ਨਾਨਕ, ਜਾਂ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਖਾਲਸਾ ਜੀ ਪੁੱਛਿਆ ਇਹਦੇ ਨਾਮ ਦੇ ਅਰਥ ਕੀ ਨੇ? ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ
ਉਹਨਾਂ ਨੇ ਫਿਰ ਅਰਥ ਵੀ ਦੱਸੇ ਵੀ ਨਾਨਕ ਸ਼ਬਦ ਦੇ ਅਰਥ ਕੀ ਨੇ। ਭਾਈ ਨੰਦ ਲਾਲ ਜੀ ਨੇ ਫਾਰਸੀ ਦੇ ਵਿੱਚ ਗੰਜਨਾਮਾ ਲਿਖਿਆ, ਉਹਦੇ ਵਿੱਚ ਉਹਨਾਂ ਅਰਥ ਦੱਸੇ। ਕਹਿੰਦੇ ਹਰ ਦੋ ਨੂਨ ਨਾਮ ਪਾਕਸ਼ ਨਾਈਮ व ਨਸੀਰ व ਅਲਫ ਮਿਆਨੇ ਆਹਦ व ਕਾਫੇ ਆਖਰੀਨ ਕਬੀਰ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਸਿੱਖੋ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਰਸਨਾ ਤੇ ਆਵੇ, ਇਹ ਨਾ ਸਮਝਿਓ ਕਿ ਸੰਸਾਰ ਦੇ ਅੱਖਰ ਮਿਲ ਕੇ ਨਾਨਕ ਬਣ ਗਿਆ, ਬਲਕਿ ਜਿਹੜਾ ਵੀ ਜ਼ਬਾਨ ਤੋਂ ਧੰਨ ਗੁਰੂ ਨਾਨਕ ਕਹਿ ਦਵੇਗਾ, ਦੁਨੀਆ ਦੀਆਂ ਸਾਰੀਆਂ ਰਹਿਮਤਾਂ ਉਹ ਸਿੱਖ ਦੀ ਝੋਲੀ ਵਿੱਚ ਪੈ ਜਾਣਗੀਆਂ। ਪੁੱਛਿਆ ਕਿਵੇਂ? ਕਿਆ ਹਰ ਦੋ ਨੂਨ ਨਾਮ ਪਾਕਸ਼। ਭਾਈ ਨੰਦ ਲਾਲ ਕਹਿੰਦੇ ਜਿਹੜੇ ਦੋ ਨੰਨੇ ਨੇ ਨਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ, ਕਹਿੰਦੇ ਇਹ ਦੋ ਨੰਨਿਆਂ ਵਿੱਚ ਇਹ ਰੱਬ ਦੀਆਂ ਨਿਆਮਤਾਂ ਭਰੀਆਂ ਹੋਈਆਂ, ਰਹਿਮਤਾਂ ਭਰੀਆਂ ਹੋਈਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਦੋਵੇਂ ਨੰਨੇ ਉਹ ਦੁਨੀਆ ਦੇ ਲੋਕਾਂ ਨੂੰ ਨਿਆਮਤਾਂ ਬਖਸ਼ਣ ਦਾ ਮੁਹਤਾਜ ਨੇ। ਹਰ ਦੋ ਨੂਨ ਨਾਮ ਪਾਕਸ਼ ਨਈਮ व ਨਸੀਰ ਅਲਫ ਮਿਆਨੇ ਅਹਦ। ਤੇ ਅਲਫ ਤੋਂ ਭਾਵ ਜਿਹੜਾ ਕੰਨਾ ਡੰਡਾ ਵਿਚਕਾਰ ਲੱਗਦਾ ਦੋਵੇਂ ਨੰਨਿਆਂ ਦੇ, ਅਲਫ ਮਿਆਨੇ ਅਹਦ ਦਾ ਭਾਵ ਹੈ ਕਿ ਇਹ ਸ਼ਬਦ ਦੁਨੀਆ ਦੇ ਨਾਮਾਂ ਨਾਲ ਨਹੀਂ ਰਲ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਕੰਨਾ ਦੱਸਦਾ ਹੈ ਕਿ ਜਿਹਦੇ ਲੜ ਤੁਸੀਂ ਲੱਗੇ ਹੋ, ਇਹ ਆਮ ਬੰਦਾ ਨਹੀਂ, ਇਹ ਖੰਡਾ ਬ੍ਰਹਮੰਡਾਂ ਦਾ ਮਾਲਕ ਆਇਆ ਹੋਇਆ ਹੈ। ਫਿਰ ਪੁੱਛਿਆ ਅੱਗੇ ਵ ਕਾਫੇ ਆਖਰੀਨ ਕਬੀਰ। ਕਬੀਰ ਦਾ ਭਾਵ ਹੈ ਸਭ ਤੋਂ ਵੱਡਾ, ਕਬੀਰ ਵੱਡੇ ਨੂੰ ਕਿਹਾ ਜਾਂਦਾ। ਕਿਆ ਜੀ ਵ ਕਾਫੇ ਆਖਰੀਨ ਕਬੀਰ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਅਖੀਰਲਾ ਅੱਖਰ ਜੋ ਕੱਕਾ ਹੈ, ਉਹ ਇਸ ਗੱਲ ਦੀ ਹਾਮੀ ਭਰਦਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੁਨੀਆ ਤੇ ਸਭ ਤੋਂ ਵੱਡਾ, ਗੁਰੂ ਨਾਨਕ ਵਰਗਾ ਕੋਈ ਵੀ ਨਹੀਂ। ਖਾਲਸਾ ਜੀ ਇਹ ਬਖਸ਼ਿਸ਼ਾਂ ਇਸ ਨਾਮ ਦੇ ਵਿੱਚ ਵਰਤਦੀਆਂ, ਇਹ ਰਹਿਮਤਾਂ ਇਸ ਨਾਮ ਦੇ ਵਿੱਚ ਵਰਤਦੀਆਂ। ਤੇ ਜਿਵੇਂ ਪੜ੍ਹਿਆ ਜਾ ਰਿਹਾ ਸੀ, ਮਨ ਲੋਚੈ ਹਰ ਮਿਲਣ ਕੋ ਕਿਉ ਦਰਸ਼ਨ ਪਾਈਆਂ, ਕਿ ਪ੍ਰਮਾਤਮਾ ਦੇ ਦੀਦਾਰਿਆਂ ਦੀ ਤਾਂਘ ਲੱਗ ਜਾਣੀ, ਇਹ ਰੱਬ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਰੱਬ ਦੇ ਦੀਦਾਰਿਆਂ ਦੀ ਤਾਂਘ ਨਹੀਂ ਲੱਗਦੀ। ਪਰ ਉਹਨਾਂ ਵਾਸਤੇ ਵੀ ਕੁਝ ਨਿਸ਼ਾਨੀਆਂ ਨੇ। ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਆਪ ਜੀ ਸਭਨਾਂ ਨੇ ਇੱਕ ਸਿੱਖ ਦਾ ਨਾਮ ਸੁਣਿਆ, ਭਾਈ ਲਾਲੋ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਲ ਹੋਵੇ ਤੇ ਭਾਈ ਲਾਲੋ ਦਾ ਨਾਮ ਲੈਣਾ ਅਤ ਲਾਜ਼ਮੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਲਾਲੋ ਦਾ ਨਾਮ 7 ਵਾਰ ਆਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ 7 ਵਾਰ ਨਾਮ ਆਇਆ। ਕਹਿੰਦੇ ਜਿਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਐਮਨਾਬਾਦ ਦੀ ਧਰਤੀ ਤੇ ਗਏ, ਭਾਈ ਲਾਲੋ ਕਹਿੰਦੇ ਉਹ ਕਿੱਲੇ ਘੜਦਾ ਪਿਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਸ ਸਿੱਖ ਦਾ ਬੂਹਾ ਖੜਕਾਇਆ, ਆਵਾਜ਼ ਲਾਈ, ਲਾਲੋ ਵੇ ਭਾਈ ਲਾਲੋ। ਜਦੋਂ ਮਹਾਰਾਜ ਨੇ ਇੰਨੇ ਪਿਆਰ ਨਾਲ ਕਿਹਾ ਨਾ ਵੇ ਭਾਈ ਲਾਲੋ, ਕਹਿੰਦੇ ਇੱਕ ਵਾਰ ਲਾਲੋ ਨੇ ਵੀ ਘੁੰਮ ਕੇ ਵੇਖਿਆ ਵੀ ਜਿਸ ਨੀਚ ਬੰਦੇ ਨੂੰ ਕੋਈ ਸਿੱਧੀ ਤਰ੍ਹਾਂ ਬੁਲਾਉਂਦਾ ਨਹੀਂ, ਅੱਜ ਇਸ ਨੀਵੀਂ ਜਾਤ ਵਾਲੇ ਨੂੰ ਭਾਈ ਕਹਿਣ ਵਾਲਾ ਕੌਣ ਆ ਗਿਆ। ਭਾਈ ਲਾਲੋ ਨੇ ਘੁੰਮ ਕੇ ਵੇਖਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਭਾਈ ਮਰਦਾਨਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦਾ ਤੁਸੀਂ ਕੌਣ ਹੋ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੁਸਾਫਰ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਸਾਰੀ ਦੁਨੀਆ ਹੀ ਮੁਸਾਫਰ ਖਾਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਕੀ ਪਿਆ ਕਰਦਾ ਹੈ? ਤੇ ਕਹਿੰਦੇ ਭਾਈ ਲਾਲੋ ਨੇ ਕਿਹਾ ਜੀ ਕਿੱਲੇ ਪਿਆ ਘੜਦਾ ਹਾਂ। ਮਹਾਰਾਜ ਕਹਿੰਦੇ ਲਾਲੋ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ, ਆ ਤੈਨੂੰ ਹੁਣ ਜੀਵਨ ਘੜਨ ਦੀ ਜਾਚ ਸਿਖਾ ਦਈਏ। ਸਤਿਗੁਰੂ ਨੂੰ ਕਹਿੰਦਾ ਜੀ ਜੀਵਨ ਘੜਨਾ, ਮੈਨੂੰ ਤਾਂ ਇੰਨਾ ਪਤਾ ਵੀ ਕਿੱਲੇ ਘੜੇ ਜਾਂਦੇ ਨੇ, ਜੀਵਨ ਕਿਵੇਂ ਘੜਿਆ ਜਾਂਦਾ। ਮਹਾਰਾਜ ਨੇ ਫਿਰ 7 ਤਰੀਕੇ ਜੀਵਨ ਘੜਨ ਦੇ ਦੱਸੇ। ਸਤਿਗੁਰੂ ਨੇ ਕਿਹਾ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। 7 ਤਰੀਕੇ। ਸਤਿਗੁਰੂ ਨੇ ਕਿਹਾ ਲਾਲੋ ਜੇ ਜੀਵਨ ਘੜਨਾ ਹੋਵੇ ਤੇ ਸਭ ਤੋਂ ਪਹਿਲਾਂ ਜਤ ਸਤ ਹੋਣਾ ਜ਼ਰੂਰੀ ਹੈ, ਸਭ ਤੋਂ ਪਹਿਲਾਂ ਜੀਵਨ ਹੋਣਾ ਜ਼ਰੂਰੀ ਹੈ। ਸੁਨਿਆਰੇ ਦਾ ਉਦਾਹਰਣ ਦਿੱਤਾ।
ਜਿਸ ਦੁਕਾਨ ਵਿੱਚ ਸੁਨਿਆਰਾ ਬਹਿ ਕੇ ਕੰਮ ਕਰਦਾ ਉਹਨੂੰ ਪਹਾਰਾ ਕਿਹਾ ਜਾਂਦਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਜੀਵਨ ਘੜਨਾ ਹੋਵੇ, ਜੀਵਨ ਵਿੱਚ ਕਮਾਈ ਕਰਨੀ ਹੋਵੇ, ਬੰਦਗੀ ਕਰਨੀ ਹੋਵੇ, ਸਭ ਤੋਂ ਪਹਿਲਾਂ ਜਤ ਦਾ ਪਹਾਰਾ ਹੋਣਾ ਜ਼ਰੂਰੀ ਹੈ। ਬੰਦਾ ਜਤ ਨਾ ਹੋਵੇ, ਜਤੀ ਸਤੀ ਨਾ ਹੋਵੇ, ਇੱਕ ਦਿਨ ਕਾਮ ਦੇ ਵਿੱਚ ਭ੍ਰਸ਼ਟ ਹੋ ਜਾਵੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਕੇ ਆਪਣੀ ਦਸਮ ਦੀ ਬਾਣੀ ਦੇ ਵਿੱਚ ਕਿਹਾ ਕਿ ਜਬ ਤੇ ਸੁਧ ਹਮ ਭਰੀ ਗੁਰਦੇਵ ਬਚਨ ਦਿਓ ਤਬ ਹਮਾਰੇ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈਓ। ਆਪਾਂ ਤੇ ਅੱਖਾਂ ਰਾਹੀਂ ਫੋਨ ਵਿੱਚ ਸਾਰਾ ਦਿਨ ਉਂਗਲ ਫੇਰਦੇ ਆ, ਪਤਾ ਨਹੀਂ ਕੀ ਕੁਝ ਆਉਂਦਾ, ਫਿਰ ਕਹਿੰਦੇ ਮਨ ਨਹੀਂ ਲੱਗਦਾ ਬਾਣੀ ਵਿੱਚ। ਕਈ ਵਾਰ ਜਪਜੀ ਸਾਹਿਬ ਬੰਦਾ ਕਰੇ, ਸੁਖਮਨੀ ਸਾਹਿਬ ਕਰੇ, ਜੋ ਫੇਸਬੁੱਕ ਤੇ ਹੁੰਦਾ ਉਹ ਜਪਜੀ ਸਾਹਿਬ ਦੇ ਅੱਖਰਾਂ ਵਿੱਚੋਂ ਵੀ ਨਜ਼ਰ ਆਉਂਦਾ। ਕਾਰਨ ਇਹ ਅਸੀਂ ਹਰ ਪਲ ਗੰਦ ਅੰਦਰ ਸੱਟ ਰਹੇ ਹਾਂ। ਜਤ ਜ਼ਰੂਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਬੰਦਿਆ ਕਾਮ ਤੋਂ ਬਚ ਕੇ ਰਹੀਂ। ਮੇਰੇ ਗੁਰਦੇਵ ਗੁਰੂ ਤੇਗ ਬਹਾਦਰ ਨੇ ਕਿਹਾ ਸੀ ਕਿ ਬੇਟਾ ਪਰ ਨਾਰੀ ਨੂੰ ਵੇਖਣਾ ਤਾਂ ਇੱਕ ਪਾਸੇ, ਕਿਸੇ ਪਰਾਈ ਇਸਤਰੀ ਦਾ ਫੁਰਨਾ ਸੁਪਨੇ ਵਿੱਚ ਵੀ ਆਪਣੇ ਵਿੱਚ ਨਹੀਂ ਲਿਆਉਣਾ, ਸੁਪਨੇ ਵਿੱਚ ਵੀ ਕਿਸੇ ਬਾਰੇ ਮਾੜਾ ਖਿਆਲ ਨਹੀਂ ਲਿਆਉਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਜਤ ਪਹਾਰਾ, ਪਹਿਲਾਂ ਜਤ ਦਾ ਪਹਾਰਾ ਹੋਵੇ। ਕਹਿੰਦੇ ਇਸੇ ਤਰ੍ਹਾਂ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਰਾਜੇ ਸ਼ਿਵਨਾਬ ਕੋਲ ਗਏ ਨੇ, ਰਾਜੇ ਸ਼ਿਵਨਾਬ ਨੂੰ ਭਾਈ ਮਨਸੁਖ ਨੇ ਜੋੜਿਆ ਸੀ, ਭਾਈ ਮਨਸੁਖ ਨੂੰ ਭਾਈ ਭਗੀਰਥ ਨੇ ਜੋੜਿਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਭਾਈ ਭਗੀਰਥ ਜੀ ਸੁਲਤਾਨਪੁਰ ਦੀ ਧਰਤੀ ਤੇ ਆਏ ਸਨ। ਕਹਿੰਦੇ ਦੇਵੀ ਦੀ ਪੂਜਾ ਕਰਦੇ ਸਨ, ਪਰ ਜਦੋਂ ਬਾਬਾ ਨਾਨਕ ਜੀ ਕੋਲ ਆਏ ਤੇ ਵੇਖਿਆ ਜਿਸ ਦੇਵੀ ਦੇ ਸਾਹਮਣੇ ਘੁੰਗਰੂ ਬਣ ਕੇ ਨੱਚਦਾ, ਉਹ ਦੇਵੀ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਝਾੜੂ ਪਈ ਫੇਰਦੀ। ਮੈਂ ਅਕਸਰ ਬੇਨਤੀ ਕਰਦਾ ਖਾਲਸਾ ਜੀ, ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਮੱਥਾ ਟੇਕ ਕੇ ਫਿਰ ਵੀ ਮਨ ਵਿੱਚ ਭਟਕਣਾ ਹੈ ਤੇ ਇਹ ਸਮਝ ਲਈਏ ਸਾਨੂੰ ਮੱਥਾ ਟੇਕਣ ਦੀ ਜਾਚ ਨਹੀਂ ਆਈ। ਜਿਹਨੂੰ ਗੁਰੂ ਨਾਨਕ ਦੇ ਘਰੋਂ ਦਾਤ ਨਹੀਂ ਮਿਲੀ, ਦੁਨੀਆ ਦੀ ਕੋਈ ਤਾਕਤ ਦਾਤ ਨਹੀਂ ਸੀ ਦੇ ਸਕਦੀ, ਕਿਉਂਕਿ ਦੁਨੀਆ ਨੂੰ ਤਾਕਤਾਂ ਦੇਣ ਵਾਲਾ ਗੁਰੂ ਨਾਨਕ ਦਾ ਘਰ ਹੈ। ਭਾਈ ਭਗੀਰਥ ਜੀ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜੇ ਤੇ ਕਹਿੰਦੇ ਭਾਈ ਮਰਦਾਨਾ ਜੀ ਦੀ ਬੇਟੀ ਦਾ ਵਿਆਹ ਸੀ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਬਾਬਾ ਜੀ ਮੇਰੀ ਲੜਕੀ ਦਾ ਵਿਵਾਹ ਹੈ, ਪਰ ਘਰ ਵਿੱਚ ਤੰਗੀ ਬੜੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਜਦੋਂ ਤੂੰ ਮੈਨੂੰ ਪਹਿਲੇ ਦਿਨ ਮਿਲਿਆ ਸੀ ਨਾ, ਮੈਂ ਕਿਹਾ ਸੀ ਮਰਦਾਨਿਆ ਜੇ ਰੱਬ ਦਾ ਕੀਰਤਨ ਕਰਨਾ ਦੁਨੀਆ ਅੱਗੇ ਝੋਲੀ ਨਾ ਅੱਡੀ, ਦੁਨੀਆ ਦੀ ਖੁਸ਼ਾਮਦੀ ਵਾਸਤੇ ਕੀਰਤਨ ਨਾ ਕਰੀ, ਕੀਰਤਨ ਕਰਨਾ ਤੇ ਕੇਵਲ ਰੱਬ ਦੀ ਸਿਫਤਾਂ ਵਾਸਤੇ ਕਰੀ, ਕਿਸੇ ਗੱਲ ਦਾ ਘਾਟਾ ਨਹੀਂ ਰਵੇਗਾ। ਤੇ ਮਰਦਾਨਿਆ ਇੱਕ ਹੋਰ ਬਚਨ ਕਿਹਾ ਸੀ ਕਿ ਅੱਜ ਤੋਂ ਬਾਅਦ ਤੇਰੀ ਤੇ ਤੇਰੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਪਈ। ਕਈ ਵਾਰ ਸਾਡੇ ਬੰਦੇ ਕਹਿ ਦਿੰਦੇ ਜੀ ਭਾਈ ਮਰਦਾਨੇ ਨੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਬਚਨ ਮੰਨ ਕੇ ਬਿਨਾਂ ਭੇਟਾ ਤੋਂ ਕੀਰਤਨ ਕੀਤਾ। ਪ੍ਰਚਾਰਕਾਂ ਨੂੰ ਕੀਰਤਨਾਂ ਨੂੰ ਭੇਟਾ ਕਿਉਂ ਮੰਗਦੇ ਆ? ਪਰ ਮੈਂ ਇਹ ਬੇਨਤੀ ਕਰਾਂ, ਨਾ ਭਾਈ ਮਰਦਾਨੇ ਵਰਗਾ ਕੀਰਤਨੀਆ ਬਣਿਆ ਜਾ ਸਕਦਾ ਤੇ ਨਾ ਗੁਰੂ ਨਾਨਕ ਵਰਗਾ ਬੁਲਾਉਣ ਵਾਲਾ ਬਣਿਆ ਜਾ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਇਹ ਵੀ ਕਿਹਾ ਮਰਦਾਨਿਆ ਅੱਜ ਤੋਂ ਬਾਅਦ ਤੇਰੀ ਤੇ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਪਈ। ਤੇ ਦੂਸਰਾ ਬਚਨ ਧਿਆਨ ਨਾਲ ਸੁਣਿਓ, ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆ ਇੱਕ ਕਾਗਜ਼ ਤੇ ਲਿਖ ਦੇ ਕੀ ਕੀ ਸਮਾਨ ਚਾਹੀਦਾ ਬੇਟੀ ਵਾਸਤੇ। ਤੇ ਭਾਈ ਮਰਦਾਨਾ ਜੀ ਜਦੋਂ ਲਿਖਣ ਲੱਗੇ ਨਾ, ਸਤਿਗੁਰੂ ਨੇ ਇਹ ਵੀ ਨਹੀਂ ਕਿਹਾ ਮਰਦਾਨਿਆ ਸਾਦਾ ਜਾ ਦੱਸੀ, ਬਾਹਲੀ ਮਾਇਆ ਨਾ ਖਰਚ ਕਰਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇਹ ਨਾ ਸਮਝੀ ਗਰੀਬ ਦੀ ਬੇਟੀ ਦਾ ਵਿਆਹ ਹੈ। ਜਿਵੇਂ ਸ਼ਾਹੂਕਾਰ ਆਪਣੀ ਬੇਟੀ ਦੇ ਵਿਆਹ ਤੇ ਖਰਚਾ ਕਰਦਾ ਹੈ, ਇੱਕ ਸ਼ਾਹੂਕਾਰਾਂ ਵਾਲਾ ਸਮਾਨ ਕਾਗਜ਼ ਤੇ ਲਿਖ ਕੇ ਦਵੀਂ, ਸ਼ਾਹੂਕਾਰਾਂ ਦੇ ਵਿਆਹ ਤੇਰੀ ਬੇਟੀ ਦੇ ਵਿਆਹ ਸਾਹਮਣੇ ਫਿੱਕੇ ਪਾ ਦੇਵਾਂਗੇ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀਰਤਨੀਆਂ ਨੂੰ ਮਾਣ ਬਖਸ਼ਿਆ, ਪਰਿਵਾਰ ਦੀਆਂ ਲੋੜਾਂ ਦਾ ਧਿਆਨ ਗੁਰੂ ਨਾਨਕ ਨੇ ਰੱਖਿਆ ਤੇ ਮਰਦਾਨੇ ਨੇ ਵੀ ਰੂਹ ਨਾਲ ਕੀਰਤਨ ਕੀਤਾ। ਕਹਿੰਦੇ ਸਮਾਨ ਲਿਖ ਦਿੱਤਾ। ਭਾਈ ਭਗੀਰਥ ਜੀ ਨੂੰ ਕਿਹਾ ਲਾਹੌਰ ਤੋਂ ਜਾ ਕਰਕੇ ਸਮਾਨ ਲਿਆਂਦਾ ਜਾਵੇ। ਭਾਈ ਭਗੀਰਥ ਜੀ ਨੂੰ ਜਾਣ ਤੋਂ ਪਹਿਲਾਂ ਇਹ ਵੀ ਬਚਨ ਕੀਤਾ ਵੀ ਇੱਕ ਰਾਤ ਤੋਂ ਵੱਧ ਨਹੀਂ ਰੁਕਣਾ। ਭਾਈ ਭਗੀਰਥ ਜੀ ਲਾਹੌਰ ਗਏ, ਸਾਰਾ ਸਮਾਨ ਖਰੀਦਿਆ ਤੇ ਚੂੜਾ ਰਹਿ ਗਿਆ। ਚੂੜਾ ਰਹਿ ਗਿਆ।
ਕਹਿੰਦੇ ਇੱਕ ਬਾਣੀਏ ਦੀ ਦੁਕਾਨ ਸੀ, ਉਹਦਾ ਨਾਮ ਸੀ ਮਨਸੁਖ। ਕਹਿੰਦੇ ਉਹ ਮਨਸੁਖ ਦੇ ਕੋਲ ਗਏ, ਚੂੜਾ ਨਹੀਂ ਸੀ ਮਿਲ ਰਿਹਾ। ਉਹਨੂੰ ਜਾ ਕੇ ਪੁੱਛਦੇ ਤੇਰੇ ਕੋਲ ਚੂੜਾ ਹੈ? ਕਹਿੰਦਾ ਵੀ 2-3 ਦਿਨ ਲੱਗਣਗੇ, ਤਿਆਰ ਕਰਵਾ ਦਿਆਂਗਾ। ਕਹਿੰਦਾ ਮੈਂ 2-3 ਦਿਨ ਨਹੀਂ ਰੁਕ ਸਕਦਾ, ਮੈਂ ਕੇਵਲ 1 ਦਿਨ ਰੁਕ ਸਕਦਾ। ਮੈਨੂੰ ਮੇਰੇ ਬਾਬੇ ਦਾ ਹੁਕਮ ਹੈ, 1 ਦਿਨ ਤੋਂ ਵੱਧ ਨਹੀਂ ਰੁਕਣਾ। ਮੈਨੂੰ ਮੇਰੇ ਪਾਤਸ਼ਾਹ ਦਾ ਹੁਕਮ ਹੈ, 1 ਦਿਨ ਤੋਂ ਵੱਧ ਨਹੀਂ ਰੁਕਣਾ। ਭਾਈ ਮਨਸੁਖ ਪੁੱਛਦਾ ਤੇਰਾ ਪਾਤਸ਼ਾਹ ਕੌਣ ਹੈ? ਕਹਿੰਦਾ ਮੇਰਾ ਪਾਤਸ਼ਾਹ ਗੁਰੂ ਨਾਨਕ ਹੈ। ਕਹਿੰਦਾ ਗੁਰੂ ਨਾਨਕ ਕੌਣ ਹੈ? ਕਹਿੰਦਾ ਮੇਰਾ ਬਾਬਾ ਨਾਨਕ ਮਹਾਤਮਾ ਹੈ, ਮਹਾਂਪੁਰਖ ਹੈ। ਤੇ ਭਾਈ ਮਨਸੁਖ ਵਪਾਰੀ ਸੀ, ਧਰਮ ਦੀ ਲਾਈਨ ਵਿੱਚ ਉਹਦਾ ਕੰਮ ਚੰਗਾ ਸੀ। ਉਹ ਕਹਿੰਦੇ ਉਹਨੇ ਸੰਤ ਮਹਾਤਮਾ ਬੜੇ ਵੇਖੇ ਸੀ। ਤੇ ਕਈ ਵਾਰ ਬੰਦਾ ਜਦੋਂ ਧਰਮ ਦੇ ਬਹੁਤਾ ਨਜ਼ਦੀਕ ਹੋ ਜਾਂਦਾ ਹੈ ਨਾ, ਉਹਦੀ ਫਿਰ ਸ਼ਰਧਾ ਉਨੀ ਜ਼ਿਆਦਾ ਘਟ ਜਾਂਦੀ ਹੈ, ਕਿਉਂਕਿ ਉਹਦੇ ਸਾਹਮਣੇ ਕਈ ਵਾਰ ਅਸਲੀ ਮਹਾਂਪੁਰਖ ਆਉਣ ਨਾ ਆਉਣ, ਪਰ ਠੱਗ ਜ਼ਰੂਰ ਆ ਜਾਂਦੇ ਨੇ। ਇਸੇ ਕਰਕੇ ਮੱਖਣ ਸ਼ਾਹ ਲਬਾਣਾ ਜਦੋਂ ਗਿਆ ਬਾਬੇ ਬਕਾਲੇ, ਸੱਚਾ ਗੁਰ ਲਾਦੋਰੇ ਹੋਕਾ ਬਾਅਦ ਵਿੱਚ ਦਿੱਤਾ, ਪਰ 22 ਮੰਜੀਆਂ ਵਾਲੇ ਪਖੰਡੀ ਪਹਿਲਾਂ ਸਾਹਮਣੇ ਆਏ ਨੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਜੀ ਕਹਿੰਦੇ ਮਹਾਰਾਜ ਬੜਾ ਕਲਯੁਗ ਵੱਧ ਗਿਆ, ਇਹ ਤਾਂ 22 ਮੰਜੀਆਂ ਲੱਗ ਗਈਆਂ। ਮਹਾਰਾਜ ਕਹਿੰਦੇ ਕਲਯੁਗ ਵਿੱਚ 22,000 ਲੱਗਣਗੀਆਂ। ਤੇ ਪੰਜਾਬ ਹਰਿਆਣੇ ਦੇ ਡੇਰੇ ਮਿਲਾ ਕੇ 24,000 ਤੋਂ ਵੱਧ ਡੇਰੇ ਹੋ ਚੁੱਕੇ ਨੇ। ਇੰਨਾ ਕਲਯੁਗ ਹੈ ਵੀ ਡੇਰੇ ਬਣ ਰਹੇ ਆ, ਗੁਰੂ ਨਾਨਕ ਦੇ ਘਰ ਦੇ ਸ਼ਰੀਕ ਬਣਦੇ ਆ, ਪਰ ਸੱਚ ਹੈ ਵੀ ਇਹਦੀ ਬਰਾਬਰੀ ਨਹੀਂ ਹੋਣੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਹੁਣ ਭਾਈ ਮਨਸੁਖ ਜੀ ਕਹਿਣ ਲੱਗੇ ਮੈਂ ਬੜੇ ਮਹਾਤਮਾ ਵੇਖੇ, ਬੜੇ ਮਹਾਂਪੁਰਖ ਵੇਖੇ, ਇਹ ਠੱਗ ਲੈਂਦੇ ਨੇ, ਬਚ ਕੇ ਰਿਹਾ ਕਰ। ਤੇ ਭਾਈ ਭਗੀਰਥ ਕਹਿੰਦਾ ਮੇਰੇ ਵਾਲਾ ਠੱਗਦਾ ਨਹੀਂ, ਉਹ ਤੇ ਦੁਨੀਆ ਦਾ ਸ਼ਾਹ ਬਣਾ ਦਿੰਦਾ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮੇਰੇ ਵਾਲਾ ਨਹੀਂ ਠੱਗਦਾ। ਕਹਿੰਦੇ ਤੇਰੇ ਤੋਂ ਲੈਂਦਾ ਕੀ ਹੈ? ਭਾਈ ਮਨਸੁਖ ਪੁੱਛਦੇ ਤੇਰੇ ਤੋਂ ਲੈਂਦਾ ਕੀ ਹੈ? ਤੇ ਭਾਈ ਭਗੀਰਥ ਕਹਿੰਦਾ ਮੈਂ ਦੇਣ ਵਾਲਾ ਕੁਝ ਕੀ ਆ, ਮੈਂ ਤੇ ਖੁਦ ਜੋ ਲੈਣਾ ਵਾਂ ਗੁਰੂ ਨਾਨਕ ਦੇ ਚਰਨਾਂ ਤੋਂ ਲੈਣਾ ਹਾਂ। ਹੁਣ ਭਾਈ ਮਨਸੁਖ ਉਹ ਭਾਈ ਭਗੀਰਥ ਦੇ ਨਾਲ ਧਰਮ ਤੇ ਪਰਮਾਰਥ ਤੇ ਚਰਚਾ ਕਰਨ ਲੱਗ ਪਏ। ਕਹਿੰਦੇ ਜੇ ਤੇਰਾ ਗੁਰੂ ਤੇਰਾ ਬਾਬਾ ਇਤਨਾ ਮਹਾਂਪੁਰਖ ਹੈ, ਮੈਨੂੰ ਇਹ ਦੱਸ ਕਿ ਰੱਬ ਕਿੱਥੇ ਵਸਦਾ? ਭਾਈ ਭਗੀਰਥ ਕਹਿੰਦਾ ਰੱਬ ਸਾਡੇ ਅੰਦਰ ਵਸਦਾ। ਭਾਈ ਮਨਸੁਖ ਕਹਿੰਦਾ ਜੇ ਅੰਦਰ ਵਸਦਾ ਲੋਕ ਤਪੇ ਕਿਉਂ ਫਿਰਦੇ ਨੇ, ਕਿਸੇ ਨਾਲ ਸਿੱਧੇ ਮੂੰਹ ਗੱਲ ਕਿਉਂ ਨਹੀਂ ਕਰਦੇ? ਭਾਈ ਭਗੀਰਥ ਜੀ ਕਹਿਣ ਲੱਗੇ ਇਹ ਦੱਸ ਵੀ ਧਰਤੀ ਥੱਲੇ ਪਾਣੀ ਹੈ ਕਿ ਨਹੀਂ? ਕਹਿੰਦਾ ਜੀ ਹੈ। ਕਹਿੰਦੇ ਜੇ ਧਰਤੀ ਥੱਲੇ ਪਾਣੀ ਵੇ ਤੇ ਧਰਤੀ ਉੱਤੇ ਜਿਹੜੇ ਲੋਕ ਨੇ ਉਹ ਪਿਆਸੇ ਕਿਉਂ ਫਿਰਦੇ ਨੇ? ਕਹਿੰਦਾ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਨੂੰ ਤਾਂ ਚੱਕੇਗਾ ਉਹੀ ਪਿਆਸ ਬੁਝਾ ਸਕਦਾ, ਦੂਸਰਾ ਨਹੀਂ। ਭਾਈ ਭਗੀਰਥ ਕਹਿਣ ਲੱਗਾ ਰੱਬ ਸਾਰਿਆਂ ਦੇ ਹਿਰਦੇ 'ਚ ਹੈ, ਜਿਹੜਾ ਸਤਨਾਮ ਵਾਹਿਗੁਰੂ ਦਾ ਹੋਕਾ ਦੇਵੇਗਾ ਪ੍ਰਗਟ ਉਹਦੇ ਵਿੱਚੋਂ ਹੀ ਹੋਵੇਗਾ, ਹੈ ਸਾਰਿਆਂ 'ਚ, ਪਰ ਪਿਆਸ ਉਹਦੀ ਬੁਝੇਗੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ ਜਿਚਰ, ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਹਰੀ ਰਸ ਨਹੀਂ ਆਉਂਦਾ ਪਿਆਸ ਨਹੀਂ ਬੁਝਣੀ। ਭਾਈ ਮਨਸੁਖ ਕਹਿਣ ਲੱਗਾ ਮੇਰੇ ਕੋਲ ਇੱਕ ਚੂੜਾ ਹੈ, ਪਰ ਮੇਰੀ ਬੇਟੀ ਵਾਸਤੇ ਹੈ। ਪਰ ਜੇ ਤੇਰਾ ਬਾਬਾ ਸੱਚਮੁੱਚ ਮਹਾਂਪੁਰਖ ਹੈ ਤੇ ਮੈਂ ਚੂੜਾ ਤੈਨੂੰ ਬਿਨਾਂ ਭੇਟਾ ਤੋਂ ਦੇ ਦੇਵਾਂਗਾ। ਪਰ ਜੇ ਤੇਰਾ ਬਾਬਾ ਮੇਰੇ ਅੰਦਰ ਦੀ ਨਾ ਬੁੱਝ ਸਕਿਆ ਤੇ ਚੂੜਾ ਵੀ ਵਾਪਸ ਲਿਆਵਾਂਗਾ ਤੇ 2 ਗੁਣਾ ਮੁੱਲ ਵੀ ਤੇਰੇ ਤੋਂ ਵਟਾਂਗਾ। ਭਾਈ ਭਗੀਰਥ ਜੀ ਕਹਿਣ ਲੱਗੇ ਕੋਈ ਨਾ, ਤੂੰ ਇੱਕ ਵਾਰ ਚੱਲ ਤਾਂ ਸਹੀ। ਭਾਈ ਮਨਸੁਖ ਜੀ ਭਾਈ ਭਗੀਰਥ ਨਾਲ ਚੱਲਦੇ, ਮਨ ਵਿੱਚ ਚੱਲਣ ਲੱਗਿਆਂ ਸੋਚਦੇ ਵੀ ਜੇ ਗੁਰੂ ਨਾਨਕ ਪੂਰਾ ਸਤਿਗੁਰੂ ਹੈ ਤਾਂ ਮੇਰਾ ਨਾਮ ਲੈ ਕੇ ਮੈਨੂੰ ਬੁਲਾਵੇ। ਭਾਈ ਭਗੀਰਥ ਜੀ ਭਾਈ ਮਨਸੁਖ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲ ਆਏ, ਮਹਾਰਾਜ ਦੇ ਚਰਨਾਂ ਵਿੱਚ ਝੁਕਣ ਲੱਗੇ। ਸਤਿਗੁਰੂ ਨੇ ਕਿਹਾ ਰੁਕ ਜਾ ਮਨਸੁਖ, ਤੇਰਾ ਨਾਮ ਤਾਂ ਮਨਸੁਖ ਹੈ, ਕਦੇ ਮਨ ਦੇ ਸੁੱਖ ਵੀ ਲੱਭੇ ਨੇ। ਜਦੋਂ ਮਹਾਰਾਜ ਨੇ ਇੰਨਾ ਬਚਨ ਕੀਤਾ ਉਸੇ ਸਮੇਂ ਚਰਨਾਂ ਵਿੱਚ ਝੁਕ ਗਿਆ, ਕਿਉਂਕਿ ਇੱਥੇ ਘਟ ਘਟ ਕੇ ਅੰਤਰ ਕੀ ਜਾਣਤ ਹੈ। ਸਤਿਗੁਰੂ ਦੇ ਚਰਨਾਂ ਵਿੱਚ ਝੁਕਿਆ। ਕਹਿੰਦੇ ਮਹਾਰਾਜ ਦੇ ਬਚਨਾਂ ਨੂੰ ਉਹ ਕਲਮ ਬੰਦ ਕਰਨ ਲੱਗ ਪਿਆ, ਲਿਖਣ ਲੱਗ ਪਿਆ।
ਭਾਈ ਮਨਸੁਖ ਨੇ ਕਿਹਾ, ਕੁਝ ਸਾਲਾਂ ਬਾਅਦ ਮਹਾਰਾਜ ਆਪਣੇ ਚਰਨਾਂ ਵਿੱਚ ਹੀ ਰੱਖੋ, ਆਪਣੇ ਤੋਂ ਦੂਰ ਨਾ ਕਰਿਓ। ਮਹਾਰਾਜ ਕਹਿੰਦੇ, ਜੇ ਮੇਰੇ ਤੋਂ ਦੂਰ ਨਹੀਂ ਹੋਣਾ ਫਿਰ ਸ਼ਬਦ ਨੂੰ ਹਿਰਦੇ ਵਿੱਚ ਵਸਾ। ਸਰੀਰ ਇੱਕ ਦਿਨ ਮਿੱਟੀ ਹੋ ਜਾਵੇਗਾ, ਸ਼ਬਦ ਕਦੇ ਕੋਈ ਮਿਟਾ ਨਹੀਂ ਸਕਦਾ। ਭਾਈ ਮਨਸਿਕ ਕਹਿੰਦੇ ਉਹ ਸ਼ਬਦ ਹਿਰਦੇ 'ਚ ਵਸਾ ਕੇ ਆਪਣੇ ਲਾਹੌਰ ਵਾਪਸ ਆ ਗਏ। ਤੇ ਕਹਿੰਦੇ ਉਹਨਾਂ ਦਾ ਫਿਰ ਫੇਰਾ ਪਿਆ ਸੀ ਸਿੰਗਲਾਹਦੀਪ ਰਾਜੇ ਦੇ ਇਲਾਕੇ ਵਿੱਚ, ਰਾਜੇ ਸ਼ਿਵਨਾਭ ਦੇ ਇਲਾਕੇ 'ਚ। ਉੱਥੇ ਜਦੋਂ ਭਾਈ ਮਨਸੁਖ ਜੀ ਪਹੁੰਚੇ, ਉੱਥੇ ਸਾਰੇ ਕਰਮਕਾਂਡੀ, ਕੋਈ ਵਰਤ ਰੱਖਦਾ ਸੀ, ਕੋਈ ਤੀਰਥਾਂ ਤੇ ਜਾਂਦਾ ਸੀ। ਤੇ ਭਾਈ ਮਨਸੁਖ ਨੇ ਪੜ੍ਹਿਆ ਸੀ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਉਹਦੇ ਅੰਦਰ ਬੰਦਗੀ ਬੋਲਦੀ ਸੀ। ਕਹਿੰਦੇ ਭਾਈ ਮਨਸੁਖ ਜੀ ਗਏ, ਲੋਕਾਂ ਨੇ ਰੱਖਿਆ ਵਰਤ, ਭਾਈ ਮਨਸੁਖ ਨੇ ਉੱਥੇ ਪ੍ਰਸ਼ਾਦ ਤਿਆਰ ਕਰ ਲਿਆ। ਸਿੱਖ ਜਿੱਥੇ ਲਾਵੇ ਲੰਗਰ ਜ਼ਰੂਰ ਜਾਂਦਾ। ਮੈਂ ਇੰਗਲੈਂਡ ਗਿਆ, ਮੈਂ ਲੰਗਰ ਦੀ ਵਡਿਆਈ ਆਪ ਜੀ ਨਾਲ ਸਾਂਝੀ ਕਰਾਂ। ਇੰਗਲੈਂਡ ਇੱਕ ਸ਼ਹਿਰ ਹੈ ਬਾਥ, ਬਾਥ ਦੇ ਵਿੱਚ ਇੱਕ ਚਰਚ ਹੈ 675 ਸਾਲ ਪੁਰਾਣਾ। ਉਹਨਾਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖਿਆ। ਉੱਥੇ ਉਹਨਾਂ ਦਾ ਇੱਕ ਪਾਦਰ ਸੀ, ਉਹ ਮੈਨੂੰ ਪੁੱਛਣ ਲੱਗ ਪਿਆ ਵੀ ਤੁਸੀਂ ਕਿੱਥੋਂ ਆਏ। ਮੈਂ ਸੁਭਾਵਕ ਕਹਿਤਾ ਵੀ ਅੰਮ੍ਰਿਤਸਰ ਸਾਹਿਬ ਤੋਂ। ਉਹਨੇ ਦੁਬਾਰਾ ਸਵਾਲ ਕੀਤਾ ਅੰਮ੍ਰਿਤਸਰ ਸਾਹਿਬ ਦਾ ਵੀ ਗੋਲਡਨ ਟੈਂਪਲ, ਇਹ ਸਿੱਖਾਂ ਨੂੰ ਨਹੀਂ ਵਰਤਣਾ ਚਾਹੀਦਾ, ਪਰ ਉਹਨੇ ਇਹ ਸ਼ਬਦ ਵਰਤਿਆ। ਮੈਂ ਕਿਹਾ ਵੀ ਹਾਂ ਮੈਂ ਉੱਥੋਂ ਹੀ ਆਇਆ। ਉਸ ਅੰਗਰੇਜ਼ ਪਾਦਰੀ ਨੇ ਮੈਨੂੰ ਹਰਿਮੰਦਰ ਸਾਹਿਬ ਦਾ ਸਾਰਾ ਇਤਿਹਾਸ ਸੁਣਾ ਦਿੱਤਾ, ਧੰਨ ਗੁਰੂ ਰਾਮਦਾਸ ਜੀ ਦਾ, ਧੰਨ ਗੁਰੂ ਅਰਜਨ ਦੇਵ ਜੀ ਦਾ, ਅਕਾਲ ਤਖਤ ਸਾਹਿਬ ਦਾ। ਤੇ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਹਰਿਮੰਦਰ ਸਾਹਿਬ ਦਾ ਇਤਿਹਾਸ ਪਤਾ, ਪਰ ਮੈਨੂੰ ਇਸ ਚਰਚ ਦਾ ਇਤਿਹਾਸ ਨਹੀਂ ਪਤਾ। ਉਹ ਕਹਿਣ ਲੱਗਾ ਵੀ ਇਹਦਾ ਵੀ ਇੱਕ ਕਾਰਨ ਹੈ। ਕਈ ਵਾਰ ਕਿਸੇ ਦੇ ਅੰਦਰ ਕਿੰਨਾ ਕਿ ਪ੍ਰੇਮ ਹੈ ਗੁਰੂ ਘਰ ਲਈ ਆਪਾਂ ਥੋੜਾ ਤੋਲ ਸਕਦੇ। ਕਹਿੰਦਾ ਇਹਦਾ ਵੀ ਇੱਕ ਕਾਰਨ ਹੈ। ਮੈਂ ਕਿਹਾ ਕੀ? ਕਹਿੰਦਾ ਇਹ ਚਰਚ ਈਸਾਈਆਂ ਦਾ ਹੈ, ਦੁਨੀਆ ਦਾ ਨਹੀਂ। ਇਸ ਚਰਚ ਵਿੱਚ ਆਓਗੇ ਰਹਿਣ ਲਈ ਕਮਰਾ ਨਹੀਂ ਮਿਲਣਾ, ਖਾਣ ਵਾਸਤੇ ਭੋਜਨ ਨਹੀਂ ਮਿਲਣਾ। ਪਰ ਕਹਿੰਦਾ ਜਦੋਂ ਮੈਂ ਹਰਿਮੰਦਰ ਸਾਹਿਬ ਗਿਆ ਸਾਂ, ਮੈਂ ਮਹਿਸੂਸ ਕੀਤਾ ਉਹ ਸਿੱਖਾਂ ਦਾ ਨਹੀਂ, ਉਹ ਸਰਬ ਸਾਂਝਾ ਹੈ। ਤੇ ਹਰਿਮੰਦਰ ਸਾਹਿਬ ਰਹਿਣ ਲਈ ਕਮਰਾ ਵੀ ਮਿਲਦਾ ਤੇ ਖਾਣ ਲਈ ਪ੍ਰਸ਼ਾਦਾ ਵੀ ਮਿਲਦਾ। ਕਹਿੰਦਾ ਇਹ ਕਾਰਨ ਹੈ ਵੀ ਇਸ ਚਰਚ ਦਾ ਸੁਨੇਹਾ ਲੰਡਨ ਤੱਕ ਨਹੀਂ ਪਹੁੰਚਿਆ, ਇਸ ਚਰਚ ਦਾ ਸੁਨੇਹਾ ਇੱਕ ਬਾਥ ਸ਼ਹਿਰ ਤੱਕ ਹੈ, ਪਰ ਹਰਿਮੰਦਰ ਸਾਹਿਬ ਦਾ ਸੁਨੇਹਾ ਬ੍ਰਹਮੰਡ ਤੱਕ ਪਹੁੰਚ ਚੁੱਕਿਆ ਹੈ। ਖਾਲਸਾ ਜੀ ਭਾਈ ਮਨਸੁਖ ਨੇ ਕਹਿੰਦੇ ਉੱਥੇ ਲੰਗਰ ਤਿਆਰ ਕਰਕੇ ਛਕ ਲਿਆ। ਲੋਕਾਂ ਵਿੱਚ ਚਰਚਾ ਛਿੜ ਗਈ ਵੀ ਸਾਰੇ ਸ਼ਹਿਰ ਨੇ ਵਰਤ ਰੱਖਿਆ, ਇਹ ਪ੍ਰਸ਼ਾਦਾ ਛਕਦਾ। ਰਾਜੇ ਸ਼ਿਵਨਭ ਕੋਲ ਸ਼ਿਕਾਇਤ ਗਈ, ਉਹਨੂੰ ਗ੍ਰਿਫਤਾਰ ਕਰ ਲਿਆ, ਜੇਲ੍ਹ ਵਿੱਚ ਰੱਖਿਆ ਗਿਆ। ਹੁਣ ਜੇਲ੍ਹ ਵਿੱਚ ਬੈਠ ਕਰਕੇ ਵੀ ਭਾਈ ਮਨਸੁਖ ਸਤਨਾਮ ਵਾਹਿਗੁਰੂ ਦੀ ਦਹਾੜ ਮਾਰਦਾ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਸਤਨਾਮ ਵਾਹਿਗੁਰੂ ਦੀ ਦਹਾੜ ਦੇ ਸਾਹਮਣੇ ਰਾਜੇ ਵੀ ਝੁਕ ਜਾਂਦੇ ਨੇ। ਹੁਣ ਸਤਨਾਮ ਵਾਹਿਗੁਰੂ ਦੀ ਗੁੰਜ਼ਾਰਾਂ ਪਈਆਂ। ਸ਼ਿਵਨਾਭ ਨੇ ਵੇਖਿਆ ਵੀ ਕੋਠਰੀ ਦੇ ਵਿੱਚੋਂ ਕੁਝ ਆਵਾਜ਼ ਆ ਰਹੀ ਹੈ। ਉਹਦਾ ਦਿਲ ਕੀਤਾ ਵੀ ਇਹਨੂੰ ਮਿਲਿਆ ਜਾਵੇ। ਅਗਲੇ ਦਿਨ ਭਾਈ ਮਨਸੁਖ ਨੂੰ ਬੁਲਾਇਆ। ਭਾਈ ਮਨਸੁਖ ਨੂੰ ਪੁੱਛਦਾ ਤੂੰ ਕੀ ਪਿਆ ਜਪਦਾ ਹੈ? ਕਹਿੰਦਾ ਮੇਰੇ ਬਾਬੇ ਦਾ ਮੰਤਰ ਸਤਨਾਮ ਵਾਹਿਗੁਰੂ। ਪੁੱਛਿਆ ਅੱਛਾ ਇਹਦੇ ਨਾਲ ਕੀ ਹੁੰਦਾ ਹੈ? ਕਹਿੰਦਾ ਇਹਦੇ ਨਾਲ ਫਿਰ ਉਹ ਮਿਲ ਜਾਂਦਾ ਜਿਹੜਾ ਵਰਤ ਰੱਖਿਆ ਨਹੀਂ ਮਿਲਦਾ। ਇਹਦੇ ਨਾਲ ਉਹ ਮਿਲ ਜਾਂਦਾ ਜਿਹੜਾ ਵਰਤ ਰੱਖਿਆ ਨਹੀਂ ਮਿਲਦਾ। ਭੂਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਤੇ ਭਾਈ ਮਨਸੁਖ ਨੂੰ ਰਾਜਾ ਸ਼ਿਵਨਭ ਕਹਿੰਦਾ ਇਹ ਕਿਸਨੇ ਸਿਖਾਇਆ? ਕਹਿੰਦਾ ਮੇਰੇ ਪੀਰ ਗੁਰੂ ਨਾਨਕ ਨੇ ਸਿਖਾਇਆ। ਕਹਿਣ ਲੱਗਾ ਉਹ ਮੈਨੂੰ ਮਿਲੇਗਾ? ਕਹਿੰਦਾ ਮਿਲਦਾ ਜ਼ਰੂਰ ਹੈ, ਪਰ ਜੇ ਤੂੰ ਬੈਠ ਕੇ ਟਿਕਾ ਨਾਲ ਉਹਨੂੰ ਆਵਾਜ਼ ਮਾਰੇ ਤੈਨੂੰ ਮਿਲਣ ਵਾਸਤੇ ਤੇਰੇ ਕੋਲ ਚੱਲ ਕੇ ਆਵੇਗਾ। ਹੁਣ ਰਾਜਾ ਸ਼ਿਵਨਾਭ ਉਹਨੇ ਭਾਈ ਮਨਸੁਖ ਨੂੰ ਰਿਹਾ ਕਰ ਦਿੱਤਾ। ਰਾਜਾ ਸ਼ਿਵਨਾਭ ਰੋਜ਼ ਹੀ ਜਪਦਾ, ਗੁਰੂ ਨਾਨਕ ਸਾਹਿਬ ਨੂੰ ਆਵਾਜ਼ਾਂ ਲਾਉਂਦਾ। ਪਰ ਵੇਖੋ ਮਹਾਰਾਜ ਦੀ ਕਿਰਪਾ ਵੀ ਹੈ। ਕਹਿੰਦੇ ਜਦੋਂ ਪਤਾ ਲੱਗਾ ਵੀ ਰਾਜਾ ਸ਼ਿਵਨਭ ਗੁਰੂ ਨਾਨਕ ਨੂੰ ਉਡੀਕਦਾ, ਕਈ ਪਖੰਡੀ ਉੱਥੇ ਚੋਲੇ ਪਾ ਕੇ ਚਲੇ ਗਏ। ਤੇ ਰਾਜੇ ਸ਼ਿਵਨਾਭ ਨੂੰ ਕਹਿੰਦੇ ਮੈਂ ਵੀ ਨਾਨਕ, ਮੈਂ ਵੀ ਨਾਨਕ, ਮੈਂ ਵੀ ਨਾਨਕ। ਰਾਜੇ ਸ਼ਿਵਨਾਭ ਨੇ ਵੇਖਿਆ ਵੀ ਇਤਨੇ ਨਾਨਕ, ਪਰ ਇਹਨਾਂ ਵਿੱਚੋਂ ਉਹ ਝਲਕ ਨਹੀਂ ਪੈਂਦੀ ਜਿਹੜੀ ਝਲਕ ਭਾਈ ਮਨਸੁਖ ਨੇ ਦੱਸੀ ਸੀ। ਜੇ ਸੱਚਾ ਸਿੱਖ ਹੋਵੇ ਉਹਨੂੰ ਪਤਾ ਲੱਗ ਜਾਂਦਾ ਵੀ ਗੁਰੂ ਦੇ ਦੀਦਾਰੇ ਦੇ ਵਿੱਚ ਕੀ ਰਹਿਮਤ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਵੇਖਿਆ ਨਾ ਵੀ ਕਈ ਪਖੰਡੀ ਇਕੱਠੇ ਹੋ ਗਏ, ਰਾਜੇ ਸ਼ਿਵਨਾਭ ਨੇ ਨੱਚਣ ਵਾਲੀਆਂ ਬੀਬੀਆਂ ਮੰਗਵਾ ਲਈਆਂ
ਤੇ ਜਿੱਥੇ ਜਿੱਥੇ ਪਖੰਡੀਆਂ ਨੇ ਚੌਂਕੜੇ ਲਾਏ ਉਹਨਾਂ ਦੇ ਸਾਹਮਣੇ ਬੀਬੀਆਂ ਨੱਚਣ ਲੱਗ ਪਈਆਂ। ਤੇ ਜਿੰਨੇ ਵੀ ਆਪਣੇ ਆਪ ਨੂੰ ਨਾਨਕ ਹੋਣ ਦਾ ਦਾਅਵਾ ਕਰਦੇ ਸੀ ਸਾਰੇ ਹੀ ਡੋਲ ਗਏ। ਜੱਤ ਦੇ ਵਿੱਚ ਖਰੇ ਨਾ ਉਤਰੇ, ਉਹ ਡੋਲ ਗਏ। ਰਾਜੇ ਸ਼ਿਵਨਾਭ ਨੇ ਵੇਖਿਆ ਵੀ ਨਹੀਂ, ਇਹ ਮੇਰਾ ਪੀਰ ਨਹੀਂ। ਉਹਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਆਵਾਜ਼ਾਂ ਲਾਉਣੀਆਂ ਸ਼ੁਰੂ ਕੀਤੀਆਂ ਤੇ ਹੁਣ ਜ਼ਾਹਿਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਪਹੁੰਚ ਗਏ। ਧੰਨ ਗੁਰੂ ਨਾਨਕ ਸਾਹਿਬ ਪਹੁੰਚੇ, ਅੰਮ੍ਰਿਤ ਵੇਲਾ ਸੀ ਤੇ ਕਹਿੰਦੇ ਉਹ ਨੱਚਣ ਵਾਲੀਆਂ ਨੇ ਨਾਚ ਵਿਖਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਕੁਝ ਨਾ ਬੋਲੇ, ਭਾਈ ਮਰਦਾਨਾ ਜੀ ਵੀ ਕੁਝ ਨਾ ਬੋਲੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨੇਤਰ ਬੰਦ ਨੇ। ਕਹਿੰਦੇ ਜਦੋਂ ਪਿਛਲੀ ਰਾਤ ਹੋ ਗਈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲੇ, ਕਿਹਾ ਹਾਛੋ ਪੁੱਤਰੀ ਰਾਜਕੁਮਾਰ, ਨਾਮ ਪੜ੍ਹੋ ਸੱਚ ਦੋਤ ਸਵਾਰ। ਜਿਹੜੀਆਂ ਨੱਚ ਰਹੀਆਂ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕੋ ਬਚਨ ਕਿਹਾ, ਕਹਿੰਦੇ ਮੇਰੀਓ ਧੀਓ ਰਾਜਕੁਮਾਰੀਓ, ਇਹ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਵਾਸ਼ਨਾ ਨਹੀਂ ਕਮਾਈ ਦੀ, ਜਾਓ ਜਾ ਕੇ ਸਤਨਾਮ ਦਾ ਹੋਕਾ ਦਵੋ। ਇਹ ਬਚਨ ਕੀਤਾ ਤੇ ਇਹ ਬਚਨ ਕੇਵਲ ਗੁਰੂ ਨਾਨਕ ਦੇ ਮੁਖ ਤੋਂ ਹੀ ਨਿਕਲ ਸਕਦਾ। ਸਤਿਗੁਰੂ ਕਹਿੰਦੇ ਮੇਰੀਓ ਧੀਓ, ਮੇਰੀਓ ਪੁੱਤਰੀਓ, ਜਿਹੜੀਆਂ ਨੱਚ ਰਹੀਆਂ ਸੀ ਆਪਣੀ ਧੀ ਬਣਾਇਆ ਤੇ ਗੁਰੂ ਨਾਨਕ ਦੇ ਇਸ ਸ਼ਬਦ ਨੇ ਉਹਨਾਂ ਦੇ ਵੀ ਜੀਵਨ ਬਦਲ ਕੇ ਰੱਖ ਦਿੱਤੇ। ਸੋ ਮੇਰੇ ਕਹਿਣ ਤੋਂ ਭਾਵ ਇੱਥੋਂ ਫਿਰ ਰਾਜਾ ਸ਼ਿਵਨਾਭ ਗੁਰੂ ਨਾਨਕ ਦੇ ਦੀਦਾਰੇ ਕਰਦਾ, ਪਰ ਜੋ ਬੇਨਤੀ ਕਰਨੀ ਚਾਹੁੰਦਾ ਵੀ ਜੀਵਨ ਘੜਨ ਵਾਸਤੇ ਜਤ ਪਹਾਰਾ ਜਤੀ ਸਤੀ ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਭੈਣ ਵਖਾਣੈ, ਪਰ ਤਰੇ ਰੂਪ ਨਾ ਪੇਖੈ ਨੇਤਰ, ਸੰਤ ਕੀ ਟਹਿਲ ਸਾਧ ਕੀ ਟਹਿਲ ਸੰਤ ਸੰਗ ਹੇਤ। ਇਹ ਜ਼ਰੂਰ ਜੀਵਨ ਵਿੱਚ ਘੜਨਾ ਚਾਹੀਦਾ। ਸਤਿਗੁਰੂ ਅੱਗੇ ਅਰਦਾਸ ਕਰਕੇ ਦੂਸਰਾ ਬਚਨ ਕੀਤਾ, ਜਤ ਪਹਾਰਾ ਧੀਰਜ ਸੁਨਿਆਰ। ਕਹਿੰਦੇ ਸੁਨਿਆਰੇ ਵਰਗਾ ਧੀਰਜ ਵੀ ਹੋਣਾ ਚਾਹੀਦਾ, ਕਾਹਲਾ ਨਹੀਂ ਪੈਣਾ ਚਾਹੀਦਾ। ਧੀਰਜ ਇਸ ਤਰ੍ਹਾਂ ਵੀ ਸੁਨਿਆਰਾ ਕਾਹਲਾ ਨਹੀਂ ਪੈਂਦਾ, ਉਹ ਘੜੀ ਜਾਂਦਾ ਘੜੀ ਜਾਂਦਾ, ਸੋਨੇ ਨੂੰ ਤੇ ਬਹੁਤ ਸੋਹਣਾ ਗਹਿਣਾ ਨਿਕਲਦਾ। ਜਿਹੜਾ ਬੰਦਾ ਸਾਰਾ ਜੀਵਨ ਲਾ ਕੇ ਆਪਣੇ ਜੀਵਨ ਨੂੰ ਘੜਦਾ ਹੈ, ਉਹੀ ਅਖੀਰ ਦੇ ਵਿੱਚ ਫਿਰ ਭਾਈ ਸਿੰਘ ਵਰਗਾ ਜਾਂ ਬਾਬਾ ਆਨੰਦ ਸਿੰਘ ਵਰਗਾ ਜਾਂ ਬਾਬਾ ਹਰਬੰਸ ਸਿੰਘ ਵਰਗਾ ਨਿਕਲਦਾ ਹੈ, ਜਿਹੜਾ ਜੀਵਨ ਨੂੰ ਘੜਦਾ ਹੈ। ਸਤਿਗੁਰੂ ਨੇ ਕਿਹਾ ਧੀਰਜ ਬਹੁਤ ਜ਼ਰੂਰੀ ਹੈ, ਬੰਦਾ ਕਾਹਲਾ ਨਾ ਪਵੇ। ਆਪਾਂ ਤੇ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਤੇ ਜਾ ਕੇ ਪਿੱਛੇ ਅੰਗ ਵੇਖਦੇ ਵੀ ਕਿੰਨੇ ਕੇ ਰਹਿ ਗਏ, ਭੋਗ ਕਦੋਂ ਕੇ ਪਵੇਗਾ। ਪਰ ਕਹਿੰਦੇ ਭਾਈ ਮਨਸੁਖ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਵੀ ਲਾਹੌਰ ਚਰਨ ਪਾਇਓ, ਤੇ ਕਹਿੰਦੇ ਭਾਈ ਮਨਸੁਖ ਨੇ ਰਾਵੀ ਦਰਿਆ ਦੇ ਕਿਨਾਰੇ ਤੇ ਬਹਿ ਕੇ ਗੁਰੂ ਗੁਰੂ ਜਪਣਾ, ਗੁਰੂ ਨਾਨਕ ਨੂੰ ਆਵਾਜ਼ ਲਾਉਣੀ ਵੀ ਸਤਿਗੁਰੂ ਆਉਣਗੇ। ਤੇ ਕਹਿੰਦੇ ਰੋਜ਼ ਬੇੜੀਆਂ ਦੇ ਵਿੱਚ ਮੁਸਾਫਰ ਆਉਣੇ ਜਾਣੇ ਆਉਣੇ ਜਾਣੇ, ਪਰ ਗੁਰੂ ਨਾਨਕ ਸਾਹਿਬ ਨੇ ਨਾ ਆਉਣਾ। ਇੱਕ ਦਿਨ ਇੱਕ ਮਲਾਹ ਨੇ ਕਿਹਾ ਮਨਸੁਖ ਤੂੰ ਰੋਜ਼ ਬਹਿ ਕੇ ਕਿਹਨੂੰ ਉਡੀਕਦਾ? ਕਹਿੰਦਾ ਮੈਂ ਗੁਰੂ ਨਾਨਕ ਨੂੰ ਉਡੀਕਦਾ। ਕਹਿੰਦੇ ਤੇਰਾ ਗੁਰੂ ਨਾਨਕ ਆਉਂਦਾ ਤੇ ਹੈ ਹੀ ਨਹੀਂ। ਕਹਿੰਦਾ ਗੁਰੂ ਨਾਨਕ ਭਾਵੇਂ ਨਹੀਂ ਆਉਂਦਾ, ਗੁਰੂ ਨਾਨਕ ਦੀ ਯਾਦ ਤਾਂ ਆਉਂਦੀ ਹੈ ਨਾ। ਗੁਰੂ ਨਾਨਕ ਦੀ ਯਾਦ ਆ ਗਈ ਤੇ ਗੁਰੂ ਨਾਨਕ ਵੀ ਆਵੇਗਾ। ਜਿਹੜੇ ਅੰਮ੍ਰਿਤ ਵੇਲੇ ਬੈਠ ਕੇ ਬੰਦਗੀ ਕਰਦੇ ਨੇ, ਮੈਂ ਅਕਸਰ ਬੇਨਤੀ ਕਰਦਾ ਵੀ ਆਪਾਂ ਜਦੋਂ ਜਪਜੀ ਸਾਹਿਬ ਦਾ ਗੁਟਕਾ ਹੱਥ ਵਿੱਚ ਫੜਦੇ ਹਾਂ, ਸਤਿਗੁਰੂ ਤੇ ਉਦੋਂ ਹੀ ਆ ਜਾਂਦੇ ਨੇ, ਬਸ ਸਾਡੀ ਭਾਵਨਾ ਵਿੱਚ ਹੀ ਕਮੀ ਰਹਿ ਜਾਂਦੀ। ਖਾਲਸਾ ਜੀ ਸਤਿਗੁਰੂ ਨੇ ਕਿਹਾ ਜੀਵਨ ਘੜਨ ਵਾਸਤੇ ਪਹਿਲਾਂ ਜਤ, ਦੂਸਰਾ ਧੀਰਜ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ, ਅਹਰਨ ਹੋਣਾ ਚਾਹੀਦਾ ਮਤ ਦਾ। ਅਹਰਨ ਮਤ ਵੇਦ ਹਥਿਆਰ। ਤੇ ਕਹਿੰਦੇ ਜਿਵੇਂ ਲੋਹੇ ਤੇ ਸੱਟ ਮਾਰੀ ਦੀ ਹੈ, ਅਹਰਨ ਤੇ ਸੱਟ ਮਾਰੀ ਦੀ ਹੈ, ਇੱਥੇ ਹਥੋੜਾ ਹੋਵੇ ਤੇਰੇ ਕੋਲ ਵੇਦ ਦਾ। ਵੇਦ ਤੋਂ ਭਾਵ ਗਿਆਨ ਦਾ, ਤੇ ਗਿਆਨ ਕਿਤਾਬਾਂ ਵਾਲਾ ਨਹੀਂ, ਗਿਆਨ ਹੋਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਅਹਰਨ ਮਤ ਵੇਦ ਹਥਿਆਰ ਭਉ ਖਲਾ। ਤੇ ਕਹਿੰਦੇ ਗਿਆਨ ਦੇ ਵਿੱਚ ਆ ਕਰਕੇ ਕਿਤੇ ਹੰਕਾਰੀ ਨਾ ਹੋ ਜਾਵੀਂ। ਅਨਕ ਤਪੱਸਿਆ ਕਰੇ ਹੰਕਾਰ, ਹੰਕਾਰੀ ਨਾ ਹੋ ਜਾਵੀਂ। ਭਉ ਖਲਾ, ਕਹਿੰਦੇ ਤੇਰੇ ਕੋਲ ਖਲਾ ਹੋਣੀ ਚਾਹੀਦੀ ਹੈ ਨਿਰਮਲ ਭਉ ਦੀ, ਨਿਰਮਲ ਭੈ ਦੀ, ਕਿ ਜੇ ਮੈਂ ਜਪ ਵੀ ਰਿਹਾ ਤੇ ਮੈਂ ਨਹੀਂ ਜਪ ਰਿਹਾ, ਬਲਕਿ ਮੇਰੇ ਤੋਂ ਸਤਿਗੁਰੂ ਖੁਦ ਜਪਾ ਰਹੇ ਨੇ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਓ। ਤੇ ਕਹਿੰਦੇ ਤਪ ਵੀ ਜ਼ਰੂਰੀ ਹੈ ਅਗਨੀ ਦਾ। ਹੁਣ ਜਦੋਂ ਸੁਨਿਆਰਾ ਹੈ, ਸੁਨਿਆਰਾ ਜਦੋਂ
ਅੱਗ ਲਾਉਂਦਾ ਹੈ ਨਾ ਸੋਨੇ ਨੂੰ, ਸੇਕਾ ਪਹੁੰਚਾਉਂਦਾ ਹੈ, ਉਦੋਂ ਜਾ ਕਰਕੇ ਕਿਸੇ ਗਹਿਣੇ ਦੀ ਸ਼ੇਪ ਬਣਦੀ ਹੈ। ਸਤਿਗੁਰੂ ਕਹਿੰਦੇ ਭਾਈ ਲਾਲੋ ਅੱਗ ਦਾ ਤਪ ਜ਼ਰੂਰ ਚਾਹੀਦਾ ਹੈ, ਉਹ ਇਸ ਕਰਕੇ ਵੀ ਅੰਦਰਲੀ ਰੂਹ ਦਾ ਜਿਹੜਾ ਗਹਿਣਾ ਹੈ ਉਹਦੀ ਇੱਕ ਸ਼ੇਪ ਬਣ ਜਾਵੇ, ਘੜਿਆ ਜਾਵੇ, ਜੀਵਨ ਘੜਿਆ ਜਾਵੇ। ਪੁੱਛਿਆ ਤਪ ਕੀ ਹੈ? ਸਤਿਗੁਰੂ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਇਸ ਘਰ ਵਿੱਚ ਤਪ ਹੈ ਸੰਗਤ ਦੀ ਸੇਵਾ ਦਾ। ਜਿਹੜਾ ਰੋਜ਼ਾਨਾ ਸੰਗਤ ਦੀ ਸੇਵਾ ਦਾ ਤਪ ਕਮਾਉਂਦਾ ਹੈ, ਨਾ ਤੇ ਉਹ ਹੰਕਾਰੀ ਬਣਦਾ ਤੇ ਨਾ ਹੀ ਉਹ ਲੋਭੀ ਬਣਦਾ, ਨਾ ਉਹ ਕਾਮੀ ਬਣਦਾ। ਪਰ ਸੇਵਾ ਵੀ ਇਹ ਸੋਚ ਕੇ ਨਾ ਕਰੇ ਵੀ ਮੈਂ ਸੇਵਾ ਕਰਦਾ, ਸੇਵਾ ਇਹ ਸੋਚ ਕੇ ਕਰੇ ਵੀ ਸਤਿਗੁਰੂ ਆਪ ਸੇਵਾ ਕਰਾ ਰਹੇ ਨੇ। ਅਹਰਨ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਓ, ਭਾਂਡਾ ਭਾਓ ਭਾਵਨਾ ਦਾ ਭਾਂਡਾ ਹੋਵੇ। ਕਹਿੰਦੇ ਜਦੋਂ ਇਹ 7 ਤਰੀਕੇ ਵਰਤੇ ਜਾਣ ਤਾਂ ਜਾ ਕਰਕੇ ਨਾਮ ਦਾ ਅੰਮ੍ਰਿਤ ਪੈਂਦਾ। ਅੰਮ੍ਰਿਤ ਤਾਂ ਜਾ ਕਰਕੇ ਪੈਂਦਾ ਜੇ ਗੁਰੂ ਕਾ ਸਿੱਖ ਗੁਰੂ ਕੇ ਚਰਨਾਂ ਵਿੱਚ ਝੁਕ ਕੇ ਅਰਦਾਸ ਕਰੇ ਕਿ ਪਾਤਸ਼ਾਹ ਮੈਨੂੰ ਪਹਾਰਾ ਜੱਤ ਦਾ ਬਖਸ਼ਿਓ, ਧੀਰਜ ਬਖਸ਼ਿਓ ਸੁਨਿਆਰੇ ਵਰਗਾ, ਤੇ ਮੈਨੂੰ ਤਪ ਬਖਸ਼ਿਓ ਸੇਵਾ ਦਾ, ਹਥਿਆਰ ਬਖਸ਼ਿਓ ਗੁਰਬਾਣੀ ਦਾ, ਤੇ ਮੈਨੂੰ ਆਪਣੇ ਸਤਕਾਰ ਵਾਲਾ ਨਿਰਮਲ ਭੈ ਵੀ ਬਖਸ਼ਿਓ। ਖਾਲਸਾ ਜੀ ਜਦੋਂ ਇਹ ਬਖਸ਼ਿਸ਼ਾਂ ਵਰਤ ਜਾਣ ਤਾਂ ਜਾ ਕਰਕੇ ਭਾਈ ਲਾਲੋ ਬਣਦਾ ਹੈ। ਭਾਈ ਲਾਲੋ ਨੂੰ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਾਵੇ ਵਿੱਚ ਲੈਂਦੇ ਨੇ ਤੇ ਸਦਾ ਵਾਸਤੇ ਪਰਮਾਰਥ ਦਾ ਬ੍ਰਹਮ ਦੀ ਸੋਝੀ ਕਰਵਾ ਦਿੰਦੇ ਨੇ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਸੀ ਕਲਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿੱਥੇ ਭਾਈ ਲਾਲੋ ਨੂੰ ਗਲ ਦੇ ਨਾਲ ਲਾਇਆ, ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਡੇ ਰਾਕਸ਼ ਨੂੰ ਵੀ ਗਲ ਦੇ ਨਾਲ ਲਾਇਆ। ਸਤਿਗੁਰੂ ਨੇ ਉਹਦੇ ਨਾਲ ਵੀ ਇਹ ਨਹੀਂ ਵੀ ਇਹ ਪਾਪੀ ਹੈ, ਇਹ ਨੀਚ ਹੈ, ਇਹ ਲੋਭੀ ਹੈ, ਬਲਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਜਿੱਥੇ ਪਤਾ ਲੱਗਾ ਵੀ ਕੋਈ ਪਾਪੀ ਰਹਿ ਰਿਹਾ, ਕੋਈ ਲੋਭੀ ਰਹਿ ਰਿਹਾ, ਕੋਈ ਨੀਚ ਹੈ, ਸਤਿਗੁਰੂ ਉਹਦੇ ਘਰ ਦਾ ਬੂਹਾ ਖੜਕਾ ਕਰਕੇ ਉਹਨੂੰ ਗਲ ਦੇ ਨਾਲ ਲਾ ਕਰਕੇ ਇਹ ਹੋਕਾ ਦਿੰਦੇ ਨੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਹਿੰਦੇ ਭਾਈ ਮਰਦਾਨਾ ਜੀ ਨੇ ਇੱਕ ਦਿਨ ਗੁਰੂ ਨਾਨਕ ਸਾਹਿਬ ਨੂੰ ਕਿਹਾ, ਸਤਿਗੁਰੂ ਤੁਸੀਂ ਕਹਿੰਦੇ ਹੋ ਵੀ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਕਿ ਸਾਰਿਆਂ ਵਿੱਚ ਰੱਬ ਦੀ ਜੋਤ ਵਰਤਦੀ ਹੈ। ਪਰ ਜੇ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਤੂੰ ਰਬਾਬ ਵਜਾਉਣਾ ਹੈ, ਇਹ ਦੱਸ ਰਬਾਬ ਦੀਆਂ ਤਾਰਾਂ ਦੇ ਉੱਤੇ ਕਿਤੇ ਨਿਸ਼ਾਨੀ ਲੱਗੀ ਹੈ ਵੀ ਇਸ ਤਾਰ ਨੂੰ ਹਿਲਾਓ ਤੇ ਰਾਗ ਆਸਾ ਨਿਕਲੇਗਾ, ਇਸ ਤਾਰ ਨੂੰ ਹਿਲਾਓ ਤੇ ਗੂਜਰੀ ਰਾਗ ਨਿਕਲੇਗਾ, ਇਸ ਤਾਰ ਨੂੰ ਹਿਲਾਓ ਤੇ ਸਿਰੀ ਰਾਗ ਨਿਕਲੇਗਾ? ਭਾਈ ਮਰਦਾਨਾ ਜੀ ਕਹਿੰਦੇ ਨਿਸ਼ਾਨੀ ਤਾਂ ਕੋਈ ਨਹੀਂ। ਸਤਿਗੁਰੂ ਕਹਿੰਦੇ ਜੇ ਨਿਸ਼ਾਨੀ ਕੋਈ ਨਹੀਂ, ਸੰਗੀਤ ਰਾਗ ਸੁਰਾਂ ਇਸ ਰਬਾਬ ਦੀਆਂ ਤਾਰਾਂ ਵਿੱਚ ਨੇ, ਫਿਰ ਉਹ ਬਿਨਾਂ ਨਿਸ਼ਾਨੀ ਤੋਂ ਸੁਰਾਂ ਨੂੰ, ਸੰਗੀਤ ਨੂੰ, ਰਾਗ ਨੂੰ ਤੂੰ ਪ੍ਰਗਟ ਕਿਵੇਂ ਕਰਦਾ ਹੈ? ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਤੁਹਾਡੀ ਬਖਸ਼ਿਸ਼ ਨਾਲ, ਤੁਹਾਡੀ ਰਹਿਮਤ ਨਾਲ ਜਦੋਂ ਬੈਠ ਕੇ ਮੈਂ ਅਭਿਆਸ ਕਰਦਾ, ਸੰਗੀਤ ਦੇ ਅਭਿਆਸ ਤੋਂ ਬਾਅਦ ਜਦੋਂ ਸੁਰ ਗਿਆਨ ਹੁੰਦਾ ਹੈ, ਸੁਰ ਗਿਆਨ ਤੋਂ ਬਾਅਦ ਫਿਰ ਰਬਾਬ ਦੀਆਂ ਤਾਰਾਂ ਦੇ ਵਿੱਚੋਂ ਰਾਗ ਪ੍ਰਗਟ ਹੁੰਦੇ ਨੇ। ਜਿਹੜੇ ਕੀਰਤਨ ਕਰਦੇ ਨੇ, ਜਿਹੜੇ ਸੰਗੀਤ ਦੇ ਜਾਣੂ ਨੇ, ਉਹਨਾਂ ਨੂੰ ਪਤਾ ਤੰਤੀ ਸਾਜ਼ਾਂ ਬਾਰੇ ਕਿ ਉਹਨਾਂ ਤੇ ਨਿਸ਼ਾਨੀ ਕੋਈ ਨਹੀਂ ਹੁੰਦੀ। ਹੁਣ ਭਾਈ ਮਰਦਾਨਾ ਜੀ ਕਹਿੰਦੇ ਤੁਹਾਡੀ ਰਹਿਮਤ ਨਾਲ ਜਦੋਂ ਅਭਿਆਸ ਕਰਦਾ ਸੁਰ ਗਿਆਨ ਹੁੰਦਾ, ਫਿਰ ਰਾਗ ਪ੍ਰਗਟ ਹੁੰਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਬਸ ਇਸੇ ਤਰ੍ਹਾਂ ਜਦੋਂ ਬੰਦਾ ਬਹਿ ਕਰਕੇ ਚੌਂਕੜਾ ਲਾ ਕਰਕੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਜਦੋਂ ਬੰਦਾ ਬਹਿ ਕਰਕੇ ਪ੍ਰਮਾਤਮਾ ਨੂੰ ਗਾਉਂਦਾ ਹੈ, ਪਰਮਾਤਮਾ ਦੇ ਨਾਮ ਨੂੰ ਗਾ ਕੇ ਫਿਰ ਸੁਣਦਾ ਹੈ, ਫਿਰ ਭਾਵਨਾ ਧਾਰਦਾ ਹੈ, ਫਿਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ ਜਿਹੜੀ ਕਦੇ ਨਜ਼ਰ ਹੀ ਨਹੀਂ ਆਉਂਦੀ। ਜਿਸ ਤਰ੍ਹਾਂ ਮਹਾਂਪੁਰਸ਼ ਰੋਜ਼ਾਨਾ ਸਤਿਨਾਮ ਵਾਹਿਗੁਰੂ ਦਾ ਹੋਕਾ ਦਿੰਦੇ ਨੇ, ਆਪਾਂ ਪਹਿਲਾਂ ਗਾਉਂਦੇ ਹਾਂ, ਫਿਰ ਉਹਨੂੰ ਸੁਣਦੇ ਹਾਂ, ਸੁਣ ਕੇ ਮਨ ਵਿੱਚ ਪ੍ਰੇਮ ਉਪਜਦਾ ਹੈ, ਜਦੋਂ ਪ੍ਰੇਮ ਉਪਜਦਾ ਫਿਰ ਰੂਹ ਕਹਿੰਦੀ ਹੈ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ। ਸੋ ਇਹ ਸਤਿਗੁਰ ਦੀ ਕਿਰਪਾ ਹੈ ਕਿ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਤੇ ਆਪਾਂ ਸਜੇ ਹਾਂ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਇਹ ਬੌਲੀ ਸਾਹਿਬ ਦੀ ਧਰਤੀ। ਖਾਲਸਾ ਜੀ 40-42 ਦਿਨਾਂ ਤੋਂ ਰੋਜ਼ਾਨਾ ਹਰੀ ਜਸ
ਕਰ ਰਹੀ ਸੀ। ਸਾਰੀ ਸੰਗਤ ਗੁਰੂ ਨਾਨਕ ਦੀ ਰਹਿਮਤ ਨਾਲ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ। ਤੇ ਵੀ ਸੱਚ ਹੈ ਕਿ ਦਾਸ ਵੀ ਭਾਈ ਜਸਕਰਨ ਸਿੰਘ ਵੀ ਸਜੇ ਨੇ, ਆਪ ਸੰਗਤ ਨੇ ਵੀ ਅਨੁਭਵ ਕੀਤਾ ਹੋਏਗਾ। ਦਾਸ ਨੂੰ ਕੱਲ ਭਾਈ ਜਸਦੀਪ ਸਿੰਘ ਵੀ ਕਹਿ ਰਿਹਾ ਸੀ ਵੀ ਪ੍ਰਭਾਤ ਫੇਰੀਆਂ ਅੰਮ੍ਰਿਤਸਰ, ਲੁਧਿਆਣੇ, ਦਿੱਲੀ ਵੀ ਬਹੁਤ ਵੇਖੀਆਂ, ਪਰ ਇਹ ਗੁਰੂ ਨਾਨਕ ਦੀ ਰਹਿਮਤ ਹੈ ਵੀ ਜਿਹੜਾ ਮਾਣ ਭੇਵੇ ਦੀ ਸੰਗਤ ਨੂੰ ਪ੍ਰਭਾਤ ਫੇਰੀਆਂ ਵਿੱਚ ਸਤਿਗੁਰੂ ਬਖਸ਼ਦੇ ਹੋਰ ਇਲਾਕਿਆਂ 'ਚ ਵੇਖਣ ਨੂੰ ਨਹੀਂ ਮਿਲਦਾ। ਪ੍ਰਭਾਤ ਫੇਰੀਆਂ ਵਿੱਚ 50, 100, 200 ਸਰੀਰ ਜੁੜਦੇ ਹੋਣਗੇ। ਇਹ ਕੇਵਲ ਬੋਲੀ ਸਾਹਿਬ ਦੀ ਧਰਤੀ ਹੈ ਵੀ ਪ੍ਰਭਾਤ ਫੇਰੀ ਵਿੱਚ 2500 ਤੋਂ ਵੱਧ ਸੰਗਤ ਜੁੜ ਜਾਂਦੀ ਹੈ। ਇਹ 2500 ਤੋਂ ਵੱਧ ਦੇ ਇਕੱਠ ਇਹਨਾਂ ਦੀਵਾਨਾਂ ਵਿੱਚ ਆਪ ਸੰਗਤ ਨੇ ਵੇਖੇ ਨੇ। ਕਿਉਂਕਿ ਇਸ ਬੋਲੀ ਸਾਹਿਬ ਦੀ ਧਰਤੀ ਦੀ ਮਿੱਟੀ ਦੇ ਕਿਣ-ਕਿਣ ਦੇ ਵਿੱਚ ਗੁਰੂ ਨਾਨਕ ਦੀ ਰਹਿਮਤ ਤੇ ਗੁਰੂ ਨਾਨਕ ਦੀ ਅਜ਼ਮਤ ਵਰਤਦੀ ਹੈ। ਬਾਬਾ ਮਹਿੰਦਰ ਸਿੰਘ ਜੀ ਸਜੇ ਹੋਏ ਨੇ। ਮਹਾਪੁਰਸ਼ਾਂ ਨੇ ਆਪ ਜੀ ਨੂੰ ਸਤਨਾਮ ਵਾਹਿਗੁਰੂ ਦਾ ਹੋਕਾ ਦੇਣਾ, ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ। ਆਪ ਸਭ ਸੰਗਤ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਤੇ ਮੈਂ ਅਖੀਰ ਬੇਨਤੀ ਕਰਾਂ, ਮੈਂ ਵੈਸੇ ਕਥਾ ਦੇ ਵਿੱਚ ਕਦੇ ਵੀ ਕਿਸੇ ਸਾਧ ਸੰਤ ਦੀ, ਮਹਾਤਮਾ ਦੀ ਝੂਠੀ ਖੁਸ਼ਾਮਦੀ ਵਾਸਤੇ ਕਦੇ ਮੈਂ ਕਥਾ ਵਿੱਚ ਜ਼ਿਕਰ ਨਹੀਂ ਕਰਦਾ, ਪਰ ਬੌਲੀ ਸਾਹਿਬ ਵਿਖੇ ਜਾਂ ਪ੍ਰਭਾਤ ਫੇਰੀਆਂ 'ਚ ਹਾਜ਼ਰੀ ਭਰ ਕੇ ਮੇਰੀ ਰੂਹ ਕਦੇ ਵੀ ਇਸ ਗੱਲ ਦੀ ਹਾਮੀ ਨਹੀਂ ਭਰੇਗੀ ਕਿ ਮੈਂ ਬੇਨਤੀ ਨਾ ਕਰਾਂ ਕਿ ਗੁਰੂ ਨਾਨਕ ਸਾਹਿਬ ਦੀ ਰਹਿਮਤ ਦੇ ਨਾਲ ਜੋ ਪ੍ਰਬੰਧ ਬਾਬਾ ਮਹਿੰਦਰ ਸਿੰਘ ਜੀ, ਬਾਬਾ ਲੱਖਾ ਸਿੰਘ ਜੀ ਚਲਾ ਰਹੇ ਨੇ, ਇੱਥੇ ਆ ਕਰਕੇ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਨਾਨਕ ਕੈ ਘਰ ਕੇਵਲ ਨਾਮ। ਇੱਥੇ ਜੇ ਗੱਲ ਹੈ ਤੇ ਕੇਵਲ ਨਾਮ ਦੀ ਗੱਲ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।